नमस्कार, सत श्री अकाल जी। सारे दर्शकों का बहुत बहुत स्वागत है। मैं हाँ रूही ग्रोवर ते असी लैके हाज़र हाँ एक खास टॉक शो जो है रिगार्डिंग कैनेडा स्टडी वीज़ा। तो इस विच असी कैनेडा स्टडी वीज़ा बारे तो गल करांगे पर नाल दी नाल आस्ट्रेलिया स्टडी वीज़ा बारे भी अज गलबात की जाएगी। तो प्रोग्राम भी साडे नाल मौजूद ने वीबी वीज़ा कंसलटेंट्स के MD मैनेजिंग डायरैक्टर अमित बुंदेला जी। अमित बुंदेला जी, तुहाडा प्रोग्राम में बहुत बहुत स्वागत है जी। सत श्री अकाल जी सारिਆਂ ਨੂੰ। ਤੇ ਇਹਨਾਂ ਦੀ ਕੰਪਨੀ ਬਾਰੇ ਦੱਸਦੀ ਹੈ ਕਿ ਇਹਨਾਂ ਦੀ ਕੰਪਨੀ 16 ਸਾਲ ਪੁਰਾਣੀ ਹੈ ਤੇ ਪੰਜਾਬ ਗਵਰਨਮੈਂਟ ਅਪਰੂਵਡ ਹੈ ਤੇ ਹੁਣ ਤੱਕ 5000 ਪਲੱਸ ਵੀਜ਼ਾਸ ਸਟੈਮ ਕਰਵਾ ਚੁੱਕੇ ਨੇ, ਜੋ ਕਿ ਬਹੁਤ ਵੱਡੀ ਉਪਲਬਧੀ ਹੈ। ਤੇ ਅਸੀਂ ਕਹੀਏ ਕਿ ਨਾ ਜੋ ਸਕਸੈਸ ਰੇਟ ਹੈ ਉਹ 100% ਹੈ। ਤੇ ਜੇ ਇਹਨਾਂ ਦੀ ਬ੍ਰਾਂਚਿਸ ਬਾਰੇ ਗੱਲ ਕਰੀਏ ਤਾਂ ਪੰਜਾਬ ਵਿੱਚ ਇਹਨਾਂ ਦੀ ਬ੍ਰਾਂਚਿਸ ਨੇ ਬਰਨਾਲਾ, ਬਠਿੰਡਾ, ਪਟਿਆਲਾ ਤੇ ਤਪਾ ਮੰਡੀ ਵਿੱਚ, ਤੇ ਕੈਨੇਡਾ ਵਿੱਚ ਵੀ ਇਹ ਆਪਰੇਟ ਕਰਦੇ ਨੇ। ਉੱਥੇ ਦੇ ਸਟੂਡੈਂਟਸ ਨੂੰ ਗਾਈਡ ਕਰਦੇ ਨੇ ਤੇ ਇਹਨਾਂ ਦਾ ਹੈੱਡ ਆਫਿਸ ਹੈ ਮੋਹਾਲੀ ਦੇ ਵਿੱਚ ਸੈਕਟਰ 82 ਦੇ ਵਿੱਚ। ਤੇ ਅਸੀਂ ਹੁਣ ਪ੍ਰੋਗਰਾਮ ਨੂੰ ਸ਼ੁਰੂ ਕਰਾਂਗੇ, ਅੱਗੇ ਵਧਾਵਾਂਗੇ। ਤੇ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਤੁਸੀਂ ਸਾਨੂੰ ਲਾਈਵ ਵੇਖ ਰਹੇ ਹੋ YouTube ਤੇ Facebook ਤੇ। ਜੇਕਰ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜਨਾ ਚਾਹੁੰਦੇ ਹੋ, ਤੁਹਾਡੇ ਮਨ ਵਿੱਚ ਵੀ ਕੋਈ ਸਵਾਲ ਨੇ, ਤਾਂ ਤੁਸੀਂ ਥੱਲੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਆਪਣੇ ਸਵਾਲ ਪੁੱਛ ਸਕਦੇ ਹੋ ਜਾਂ ਫਿਰ ਡਾਇਰੈਕਟ ਕਾਲ ਕਰਕੇ ਅਮਿਤ ਬੁੰਦੇਲਾ ਜੀ ਤੋਂ ਸਵਾਲ ਪੁੱਛ ਸਕਦੇ ਹੋ ਤੇ WhatsApp ਤੇ ਵੀ ਤੁਸੀਂ ਆਪਣੇ ਸਵਾਲ ਪੁੱਛ ਸਕਦੇ ਹੋ। ਤੇ ਇੱਕ ਹੋਰ ਗੱਲ ਜੋ ਬਹੁਤ ਇੰਪੋਰਟੈਂਟ ਹੈ ਕਿ ਇਹਨਾਂ ਦੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਇਹਨਾਂ ਦੇ Facebook ਪੇਜ ਨੂੰ ਵੀ ਜ਼ਰੂਰ ਲਾਈਕ ਕਰੋ। ਤੇ ਨਾਲ ਦੀ ਨਾਲ ਜੇਕਰ ਤੁਹਾਡੇ ਮਨ 'ਚ ਕੋਈ ਡਾਊਟ ਨੇ ਕਿ 100% ਸਕਸੈਸ ਰੇਟਸ ਕਿਵੇਂ ਹੈ, ਤੇ ਅਸੀਂ ਤੁਹਾਨੂੰ ਦੱਸਦੇ ਕਿ YouTube ਤੇ Instagram ਤੇ Facebook ਤੇ ਆਪਣੀ ਸਕਸੈਸ ਸਟੋਰੀਜ਼ ਪਾਉਂਦੇ ਰਹਿੰਦੇ ਨੇ। ਤੁਸੀਂ ਉੱਥੇ ਵੇਖ ਕੇ ਸਕਸੈਸ ਸਟੋਰੀਜ਼ ਨੂੰ ਵੇਖ ਕੇ ਆਪਣੇ ਜਿਹੜੇ ਡਾਊਟਸ ਨੇ ਉਹਨਾਂ ਨੂੰ ਕਲੀਅਰ ਕਰ ਸਕਦੇ ਹੋ ਜੀ। ਤੇ ਅਮਿਤ ਜੀ, ਪਹਿਲੇ ਸਵਾਲ ਅਸੀਂ ਵਧਦੇ ਆ ਕਿ ਜੋ PPR टाइमलाइन है उसका की ट्रेंड चल रहा है, क्योंकि स्टूडेंट्स के जो रिजल्ट्स ने अज तक नहीं आए ने, ते अगस्त का जो पहला वीक है ऑलरेडी चल रहा है, तो उन्होंने मन में काफ़ी सवाल ने, क्योंकि उन्होंने ज्वाइनिंग भी करनी है, नई क्लासेस लगानिया ने, तो उन्होंने वीज़ाज ਨੂੰ ਲੈ ਕੇ ਉਹਨਾਂ ਦਾ ਜਿਹੜਾ ਕੀ ਹੈ, ਕੀ ਪਰਸਪੈਕਟਿਵ ਹੋਣਾ ਚਾਹੀਦਾ ਹੁਣ? ਜੀ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ, ਕਿਉਂਕਿ ਅੱਜ ਹਰ ਸਟੂਡੈਂਟ ਜਿਹਨੇ ਕਿ ਸੈਪਟੰਬਰ ਇਨਟੇਕ ਦੇ ਲਈ ਅਪਲਾਈ ਕੀਤਾ ਹੋਇਆ ਜੀ, ਕੁਝ ਦੇ ਤਾਂ ਜਿਨ੍ਹਾਂ ਦੇ ਰਿਜ਼ਲਟਸ ਆ ਗਏ, ਡਿਸੀਜਨ ਜਿਨ੍ਹਾਂ ਨੂੰ ਮਿਲ ਗਏ ਉਹਨਾਂ ਦਾ ਤਾਂ ਆਲ ਰਾਈਟ ਹੈ। ਚਲੋ ਕਈਆਂ ਦੇ ਵੀਜ਼ੇ ਆਏ, ਕਈਆਂ ਦੇ ਰਿਫਿਊਜ਼ਲਸ ਵੀ ਆਏ ਨੇ, ਬਟ ਬਹੁਤ ਸਾਰੇ ਸਟੂਡੈਂਟਸ ਐਸੇ ਵੀ ਨੇ ਜਿਹੜੇ ਕਿ ਹਲੇ ਵੀ ਆਪਣੇ ਰਿਜ਼ਲਟ ਦਾ ਵੇਟ ਕਰ ਰਹੇ ਨੇ। ਪਤਾ ਨਹੀਂ ਫਿਊਚਰ ਅਦਰ ਦੇ ਵਿੱਚ ਲਟਕਿਆ, ਮੈਨੂੰ ਰਿਫਿਊਜ਼ਲ ਮਿਲੇਗੀ ਜਾਂ ਫਿਰ ਮੇਰਾ ਵੀਜ਼ਾ ਗ੍ਰਾਂਟ ਹੋਏਗਾ, ਅੱਗੇ ਦੀ ਫਿਊਚਰ ਪਲੈਨਿੰਗ ਵੀ ਕਰਨੀ ਹੈ। ਸੋ ਇਹ ਸਭ ਐਮਬੈਸੀ ਦੇ ਹੱਥ ਵਿੱਚ ਹੈ, ਇਹਦੇ ਵਿੱਚ ਇੱਕ ਏਜੰਟ ਜਾਂ ਕੰਸਲਟੈਂਟ ਕੁਝ ਵੀ ਨਹੀਂ ਕਰ ਸਕਦਾ। ਬਟ ਹਾਂ, ਇਹਦੇ ਅੱਗੇ ਕੀ ਹੋ ਸਕਦਾ ਇਹਦੇ ਵਿੱਚ, ਉਹ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਅੱਜ, ਤਾਂ ਕਿ ਸਟੂਡੈਂਟਸ ਨੂੰ ਥੋੜੀ ਜਿਹੀ ਕਲੈਰਿਟੀ ਹੋ ਜਾਏ। ਦੇਖੋ, ਸਭ ਤੋਂ ਪਹਿਲੇ ਤਾਂ ਜਿਨ੍ਹਾਂ ਦੇ ਰਿਜ਼ਲਟ ਹੁਣ ਤੱਕ ਨਹੀਂ ਆਏ, ਉਹ ਬੱਚੇ ਤਕਰੀਬਨ ਮਈ ਤੋਂ ਬਾਅਦ ਵਾਲੇ, ਮਈ ਤੋਂ ਪਹਿਲਾਂ ਦੇ ਰਿਜ਼ਲਟ ਤਕਰੀਬਨ ਸਾਨੂੰ ਦੇਖਣ ਨੂੰ ਮਿਲ ਚੁੱਕੇ ਨੇ। ਬਟ ਹਾਂ, ਮੈਂ ਇਹ ਨਹੀਂ ਕਹਿੰਦਾ ਕਿ 100% ਮਈ ਤੋਂ ਪਹਿਲੇ ਕਲੀਅਰ ਹੋ ਚੁੱਕੇ ਆ, ਉਹ ਵੀ ਕੁਝ ਹੋ ਸਕਦਾ ਕਿ ਕੁਝ ਨਾ ਕੁਝ ਪੈਂਡਿੰਗ ਹੋਏ। ਬਟ ਮਈ ਦੇ ਨਤੀਜੇ ਇਸ ਸਮੇਂ ਜਿਹੜਾ ਚੱਲ ਰਿਹਾ ਟ੍ਰੈਂਡ, ਉਹ ਮਈ ਦੇ ਨਤੀਜਿਆਂ ਦਾ ਚੱਲ ਰਿਹਾ। ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ 10 ਤੋਂ 15 ਦਿਨ ਦੇ ਵਿੱਚ ਮਈ ਕਲੀਅਰ ਹੋ ਜਾਣਾ ਚਾਹੀਦਾ। ਲੇਕਿਨ ਹੁਣ ਜਿਹੜੇ ਮਈ ਦੇ ਐਂਡ ਦੇ ਵਿੱਚ ਫਾਈਲਾਂ ਲੱਗੀਆਂ ਸੀ ਜਾਂ ਫਿਰ ਜੂਨ ਦੇ ਵਿੱਚ ਫਾਈਲਾਂ ਲੱਗੀਆਂ, ਈਵਨ ਹੁਣੇ ਵੀ ਫਾਈਲਾਂ ਸੈਪਟੰਬਰ ਇਨਟੇਕ ਦੀਆਂ ਲੱਗ ਰਹੀਆਂ, ਤਾਂ ਉਹਨਾਂ ਦੇ ਜੀ ਲੈ ਲਓ। ਹੈਲੋ हाँ जी सर, अपना नाम दसो। ਇਹ ਕਾਲ ਡਿਸਕਨੈਕਟ ਹੋ ਗਈ ਹੈ। ਹਾਂਜੀ, ਤੁਸੀਂ ਦੱਸ ਰਹੇ ਸੀ। ਹਾਂ, ਤਾਂ ਮੈਂ ਇਹ ਕਹਿ ਰਿਹਾ ਸੀ ਜਿਨ੍ਹਾਂ ਦੇ ਹੁਣ ਰਿਜ਼ਲਟ ਨਹੀਂ ਆਏ ਆ, ਉਹਨਾਂ ਦੇ ਲਈ ਕੀ ਸਿਚੁਏਸ਼ਨ ਹੋ ਸਕਦੀ ਹੈ। ਦੇਖੋ, ਹੁਣ ਬਹੁਤ ਸਾਰੇ ਸਟੂਡੈਂਟਸ ਨੂੰ ਡੈਫਰਮੈਂਟ ਦੇ ਲੈਟਰਸ। ਹਾਂਜੀ, ਹੈਲੋ ਹਾਂਜੀ, ਗੁੱਡ ਈਵਨਿੰਗ ਜੀ, ਆਪਣਾ ਨਾਮ ਦੱਸੋ। ਜੀ ਜੋਗਿੰਦਰ ਜੀ, ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਮੈਂ ਚੰਡੀਗੜ੍ਹ ਤੋਂ ਗੱਲ ਕਰ ਰਿਹਾ। ਚੰਡੀਗੜ੍ਹ ਤੋਂ ਜੀ, ਆਪਣਾ ਸਵਾਲ ਪੁੱਛ ਸਕਦੇ ਹੋ ਤੁਸੀਂ। जी हाँ जी, टूरिस्ट वीज़ा में डील करते हैं जी। मेरे को बताइए क्या-क्या डॉक्यूमेंट्स वगैरह रिक्वायर्ड होते हैं जी आपके? देखिए, आप ना शो के बाद कॉल कर लेना, क्योंकि आज का जो ये शो है ना, ये बेसिकली कनाडा स्टडी वीज़ा पे है, तो उस पर ही हम ब्रीफ में बता पाएंगे। आप शो के बाद मेरे को कॉल कर लेना, या जो भी डॉक्यूमेंट्स आपके फाइनेंशियल डॉक्यूमेंट्स वगैरह आप मेरे को शेयर कर दीजिए, व्हाट्सएप कर दीजिए अपना नाम नंबर, आपको कॉल बैक आ जाएगा। जी जी जी, बहुत बहुत शुक्रिया जी। हाँ जी रूही जी, मैंने पेन मिल सके, क्योंकि ना फिर ਵਿੱਚ ਫਿਰ ਮੈਂ ਭੁੱਲ ਜਾਂਦਾ। ਤੇ ਅਸੀਂ ਗੱਲ ਕਰ ਰਹੇ ਸੀ ਕਿ ਕੁਝ ਸਟੂਡੈਂਟਸ ਨੂੰ ਹੋ ਸਕਦਾ ਕਿ ਡੈਫਰਮੈਂਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਹਾਂਜੀ, ਕਿਉਂਕਿ ਹੁਣ ਬਹੁਤ ਸਾਰੇ ਸਟੂਡੈਂਟਸ ਨੂੰ ਮੇਲ ਆਣੀ ਸ਼ੁਰੂ ਹੋ ਗਈਆਂ, ਸੋ ਉਸ ਚੀਜ਼ ਲਈ ਉਹਨਾਂ ਨੂੰ ਪ੍ਰੀਪੇਅਰ ਹੋਣਾ ਚਾਹੀਦਾ। ਹੁਣ ਡੈਫਰਮੈਂਟ ਦਾ ਕੀ ਸਿਨੈਰੀਓ ਬਣ ਰਿਹਾ ਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ, ਹੁਣ ਕਿਉਂਕਿ ਸੈਪਟੰਬਰ ਇਨਟੇਕ ਇੱਕ ਬਹੁਤ ਵੱਡਾ ਇਨਟੇਕ ਹੈ, ਉਹਦੇ ਵਿੱਚ ਤਾਂ ਸੀਟਸ ਮਿਲ ਜਾਂਦੀ, ਬਟ ਨੈਕਸਟ ਇਨਟੇਕ ਜਿਹੜਾ ਹੈਗਾ ਜੈਨ ਇਨਟੇਕ, ਉਹ ਥੋੜਾ ਛੋਟਾ ਇਨਟੇਕ ਹੁੰਦਾ, ਉਹਦੇ ਵਿੱਚ ਹੋ ਸਕਦਾ ਹੈ ਕਿ ਤੁਹਾਨੂੰ ਡੈਫਰਮੈਂਟ ਨਾ ਮਿਲੇ। ਸੋ ਉਸ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਅੱਗੇ ਨੈਕਸਟ ਇਨਟੇਕ ਲਈ ਜਾਣਾ ਪਏਗਾ। ਸੋ ਉਹਦੇ ਵਿੱਚ ਜਿਹੜਾ ਇੱਕ ਟਾਈਮ ਗੈਪ ਜ਼ਰੂਰ ਸਟੂਡੈਂਟ ਦਾ ਆ ਜਾਏਗਾ। ਸੋ ਜੇ ਤੁਸੀਂ ਟਾਈਮ ਗੈਪ ਉਹ
ਅਫੋਰਡ ਕਰ ਸਕਦੇ ਹੋ ਆਪਣੇ ਕੈਰੀਅਰ ਦੇ ਹਿਸਾਬ ਨਾਲ ਤਾਂ ਤੁਹਾਨੂੰ ਡੈਫਰਮੈਂਟ ਲੈਣੀ ਪਏਗੀ ਕਿਉਂਕਿ ਹੋਰ ਕੋਈ ਆਪਸ਼ਨ ਨਹੀਂ ਹੈ। ਜੇ ਅਫੋਰਡ ਨਹੀਂ ਕਰ ਸਕਦੇ ਤਾਂ ਆਬਵੀਅਸਲੀ ਤੁਹਾਨੂੰ ਵਿਡਰੋਲ ਕਰਨਾ ਪਏਗਾ ਜਾਂ ਕਿਸੇ ਹੋਰ ਕੰਟਰੀ ਲਈ ਕਰਨਾ ਪਏਗਾ ਜਾਂ ਫਿਰ ਤੁਸੀਂ ਕਿਸੇ ਹੋਰ ਕਾਲਜ ਦੇ ਵਿੱਚ ਆਪਣੀ ਐਪਲੀਕੇਸ਼ਨ ਲਗਾ ਸਕਦੇ ਹੋ ਜਿੱਥੇ ਕਿ ਇਹੀ ਵਾਲਾ ਕੋਰਸ ਅਵੇਲੇਬਲ ਹੈ। ਬਟ ਮੈਕਸਿਮਮ ਚਾਂਸਿਸ ਇਹੀ ਹੋ ਰਹੇ ਨੇ ਕਿ ਸੈਪਟੰਬਰ ਦੇ ਵਿੱਚ ਜਿਹੜੇ ਕੋਰਸਿਸ ਅਵੇਲੇਬਲ ਸੀਗੇ ਉਹ ਨੈਕਸਟ ਸੈਪਟੰਬਰ ਦੇ ਵਿੱਚ ਮਿਲਣਗੇ। ਸੋ ਤੁਹਾਡਾ 1 ਸਾਲ ਦਾ ਗੈਪ ਆ ਜਾਏਗਾ ਬਟ ਇਸ ਗੈਪ ਦੇ ਨਾਲ ਤੁਹਾਡੇ ਵੀਜ਼ਾ ਤੇ ਕੋਈ ਅਸਰ ਨਹੀਂ ਹੋਏਗਾ। ਵੀਜ਼ਾ ਹੋ ਸਕਦਾ ਤੁਹਾਡਾ ਹਫਤੇ 10 ਦਿਨ 15 ਦਿਨ ਦੇ ਵਿੱਚ ਵੀ ਆ ਜਾਏ ਬਟ ਜੇ ਤੁਸੀਂ ਉਹ ਗੈਪ ਆਪਣੀ ਸਟੱਡੀ ਦੇ ਵਿੱਚ ਅਫੋਰਡ ਕਰ ਸਕਦੇ ਹੋ ਤਾਂ ਡੈਫੀਨਿਟਲੀ ਤੁਸੀਂ ਡੈਫਰਮੈਂਟ ਲਈ ਜਾਓ, ਜਿਹੜਾ ਕਿ ਸਟੂਡੈਂਟਸ ਜਾਂਦੇ ਵੀ ਨੇ ਬਟ ਮੈਂ ਤੁਹਾਨੂੰ ਦੱਸਦਾ ਕਿ ਤੁਹਾਨੂੰ 1 ਸਾਲ ਦਾ ਇੰਤਜ਼ਾਰ ਕਰਨਾ ਪੈ ਸਕਦਾ। ਹੁਣ ਉਸ ਤੋਂ ਬਾਅਦ ਜੇ ਗੱਲ ਕਰੀਏ ਕਿੰਨੇ ਕੁ % ਸਟੂਡੈਂਟ ਐਸੇ ਰਹਿ ਸਕਦੇ ਨੇ, ਦੇਖੋ ਅੱਜ ਦੀ ਡੇਟ ਦੇ ਵਿੱਚ ਮੈਂ ਆਪਣੀ ਕੰਪਨੀ ਦੀ ਗੱਲ ਕਰਾਂ ਸੀ 500+ ਫਾਈਲਸ ਸੈਪਟੰਬਰ ਇਨਟੇਕ ਲਈ ਲਗਾਈਆਂ ਸੀਗੀਆਂ, ਉਹਦੇ ਵਿੱਚੋਂ 300 ਦੇ ਕਰੀਬ ਸਾਨੂੰ ਨਤੀਜੇ ਮਿਲ ਚੁੱਕੇ ਨੇ ਬਟ ਹਲੇ ਬਹੁਤ ਸਾਰੀ ਫਾਈਲਾਂ ਜਿਸ ਤਰ੍ਹਾਂ 200 ਤੋਂ ਪਲੱਸ ਫਾਈਲਾਂ ਹਲੇ ਪਈਆਂ ਬਟ ਮੈਨੂੰ ਲੱਗਦਾ ਹੈ ਕਿ ਉਹਦੇ ਵਿੱਚੋਂ ਕਾਫੀ ਸਾਰੀ ਫਾਈਲਸ ਦੇ ਰਿਜ਼ਲਟ ਆ ਜਾਣਗੇ। ਐਂਡ ਦੇ ਵਿੱਚ ਜਿਹੜਾ ਮੇਰਾ ਆਈਡੀਆ ਹੈਗਾ 20-25% ਸਟੂਡੈਂਟਸ ਫਿਰ ਵੀ ਐਸੇ ਰਹਿ ਜਾਣਗੇ ਜਿਨ੍ਹਾਂ ਨੂੰ ਕਿ ਔਨ ਟਾਈਮ ਆਪਣਾ ਰਿਜ਼ਲਟ ਦੇਖਣ ਨੂੰ ਨਹੀਂ ਮਿਲੇਗਾ ਔਰ ਉਹਨਾਂ ਨੂੰ ਡੈਫਰਮੈਂਟ ਲਈ ਜਾਣਾ ਪਏਗਾ। ਔਰ ਤੀਸਰੀ ਗੱਲ ਜਿਹੜੀ ਹੈਗੀ ਹੈ ਰਿਫਿਊਜ਼ਲਸ ਦੀ, ਹੁਣ ਦੇਖੋ ਜਿਨ੍ਹਾਂ ਦੀ ਫਾਈਲਾਂ ਤਾਂ ਮਈ ਦੇ ਵਿੱਚ ਲੱਗੀਆਂ ਸੀਗੀਆਂ ਉਹਨਾਂ ਦੇ ਡਿਸੀਜਨ ਹੁਣ ਪੋਜ਼ਿਟਿਵ ਆ ਸਕਦੇ ਨੇ, ਬਹੁਤ ਅੱਛੇ ਚਾਂਸਸ ਹੈ ਬਟ ਜਿਹੜੀ ਫਾਈਲਾਂ ਜਨਵਰੀ, ਦਸੰਬਰ, ਨਵੰਬਰ ਦੇ ਵਿੱਚ ਲੱਗੀਆਂ ਸੀ ਹੁਣ ਤੱਕ ਉਹਨਾਂ ਨੂੰ ਆਪਣੇ ਡਿਸੀਜਨ ਦੇਖਣ ਨੂੰ ਨਹੀਂ ਮਿਲੇ। ਸੋ ਮੈਂ ਉਹਨਾਂ ਨੂੰ ਸਲਾਹ ਦਊਂਗਾ ਕਿ ਉਹ ਵਿਡਰਾਅ ਕਰ ਲੈਣ ਔਰ ਦੁਬਾਰਾ ਹੀ ਆਪਣੀ ਫਾਈਲ ਲਗਾਉਣ ਕਿਉਂਕਿ ਉਸ ਤੇ ਸਾਨੂੰ ਰਿਫਿਊਜ਼ਲ ਦੇਖਣ ਨੂੰ ਮਿਲ ਸਕਦੀ ਹੈ। ਸੋ ਇਹ ਸਿਨੈਰੀਓ ਬਣ ਰਿਹਾ ਅੱਜ ਦੀ ਡੇਟ ਦੇ ਵਿੱਚ ਪੀਪੀਆਰ ਜਿਹੜਾ ਟਾਈਮ ਲਾਈਨ ਦਾ। ਜੀ ਤੇ ਤੁਸੀਂ ਸਟੂਡੈਂਟਸ ਨੂੰ ਕੀ ਟਿਪਸ ਦੇਣਾ ਚਾਹੋਗੇ ਕਿ ਉਹਨਾਂ ਦੇ ਜਿਹੜੇ ਸਕਸੈਸ ਰੇਟਸ ਨੇ ਵੱਧ ਜਾਣ ਕਿਉਂਕਿ ਇਸ ਟਾਈਮ ਤੇ ਰਿਫਿਊਜ਼ਲਸ ਬਹੁਤ ਜ਼ਿਆਦਾ ਹੋ ਰਹੇ ਨੇ ਕਿਉਂਕਿ ਜੀ ਦੇਖੋ ਮੈਂ ਹਰ ਵਾਰ ਇਹ ਗੱਲ ਕਰਦਾ ਕਿ ਜਿਹੜਾ ਤੁਹਾਡਾ ਕੋਰਸ ਦਾ ਰੈਲੇਵੈਂਸੀ ਹੈ ਉਹ ਬਹੁਤ ਕਿਸੇ ਨਾ ਕਿਤੇ ਹੱਦ ਤੱਕ ਤੁਹਾਨੂੰ ਸਕਸੈਸ ਦੀ ਤਰਫ ਲੈ ਜਾ ਸਕਦੀ ਹੈ। ਜੇ ਤੁਹਾਡਾ ਕੋਰਸ ਰੈਲੇਵੈਂਟ ਨਹੀਂ ਹੈ, ਦੇਖੋ ਕੋਰਸ ਦਾ ਕੀ ਹੁੰਦਾ ਹੈ ਕਿ ਸਟੂਡੈਂਟ ਸੋਚਦਾ ਹੈ ਕਿ ਇਹ ਪਾਰਟਿਕੂਲਰ ਕੋਰਸ ਮੇਰੇ ਲਈ ਰੈਲੇਵੈਂਟ ਹੈ ਬਟ ਜਦੋਂ ਇੱਕ ਐਕਸਪਰਟ ਦੀ ਨਜ਼ਰ ਨਾਲ ਦੇਖਿਆ ਜਾਂਦਾ ਤਾਂ ਉਹ ਕੋਰਸ ਉਹਨਾਂ ਰੈਲੇਵੈਂਟ ਨਹੀਂ ਹੁੰਦਾ ਕਿ ਹਰ ਸਬਜੈਕਟ ਦੇ ਜਿੰਨੇ ਵੀ ਤੁਹਾਡੇ ਮਾਰਕਸ ਹੈਗੇ ਨੇ ਹਰ ਇੱਕ ਸਬਜੈਕਟ ਦੇ ਮਾਰਕਸ ਇੰਪੋਰਟੈਂਟ ਹੈ। ਹੋ ਸਕਦਾ ਹੈ ਕਿ ਕਿਸੇ ਸਬਜੈਕਟ ਦੇ ਵਿੱਚ ਮਾਰਕਸ ਤੁਹਾਡੇ ਘੱਟ ਹੈ ਔਰ ਤੁਸੀਂ ਜਿਹੜਾ ਕੋਰਸ ਦੀ ਰੈਲੇਵੈਂਸੀ ਉਸ ਲਈ ਨਾਲੇ ਸਪੋਜ਼ ਕਿਸੇ ਬੱਚੇ ਨੇ ਕਾਮਰਸ ਕੀਤਾ ਉਹਦੇ ਅਕਾਊਂਟਸ ਵਿੱਚ ਘੱਟ ਨੰਬਰ ਹੈ ਬਟ ਉਹਨੂੰ ਕੋਰਸ ਦੀ ਰੈਲੇਵੈਂਸੀ ਅਕਾਊਂਟਸ ਤੋਂ ਰਿਲੇਟਡ ਬਣਾ ਰਿਹਾ ਬਟ ਉਹਦੇ ਵਿੱਚ ਉਹਦਾ ਰਿਫਿਊਜ਼ਲ ਆ ਸਕਦਾ, ਹੋ ਸਕਦਾ ਉਹਦੇ ਬਿਜ਼ਨਸ ਸਟੱਡੀ ਦੇ ਵਿੱਚ ਨੰਬਰ ਅੱਛੇ ਹੋਣ। ਸੋ ਉਹਨੂੰ ਬਿਜ਼ਨਸ ਸਟੱਡੀ ਆਪਣਾ ਬੇਸ ਬਣਾਉਣਾ ਚਾਹੀਦਾ ਤਾਂ ਹੀ ਉਹਨੂੰ ਵੀਜ਼ਾ ਮਿਲੇਗਾ। ਕੋਰਸ ਦੀ ਰੈਲੇਵੈਂਸੀ ਹੈ। ਹੁਣ ਦੂਸਰੀ ਜਿਹੜੀ ਗੱਲ ਕਰੀਏ ਕਾਲਜ ਦੀ ਵੀ ਰੈਲੇਵੈਂਸੀ ਕਿਤੇ ਨਾ ਕਿਤੇ ਹੁੰਦੀ ਹੈ। ਅਸੀਂ ਇੰਨਾ ਧਿਆਨ ਨਹੀਂ ਦਿੰਦੇ ਕਿ ਕਾਲਜ ਚਲੋ ਕੋਈ ਵੀ ਮਿਲ ਜਾਏ ਜਿੱਥੇ ਸੀਟ ਮਿਲ ਜਾਏ ਬਟ ਇਹ ਵੀ ਟ੍ਰੈਂਡ ਹੁੰਦਾ ਹੈ ਕਈ ਕਾਲਜਾਂ ਦੇ ਵਿੱਚ ਸੀਟਾਂ ਉਨੀਆਂ ਲਿਮਿਟਡ ਹੀ ਹੁੰਦੀਆਂ। ਇੱਕ ਏਜੰਟ ਨੂੰ ਪਤਾ ਹੁੰਦਾ ਕਿ ਕਿੰਨੀ ਕੁ ਸੀਟਾਂ ਫਿਲ ਹੋ ਚੁੱਕੀਆਂ ਨੇ ਕਿਉਂਕਿ ਡੇਲੀ ਬੇਸ ਤੇ ਅਪਡੇਟਸ ਵੀ ਆਉਂਦੇ ਨੇ, ਐਮਬੈਸੀ ਤੋਂ ਵੀ ਅਪਡੇਟਸ ਆਉਂਦੇ ਨੇ ਜਾਂ ਫਿਰ ਸਾਡੇ ਕੋਲ ਵੀ ਜਿੰਨੇ ਐਪਲੀਕੇਸ਼ਨਸ ਆ ਗਏ ਨੇ ਉਹਦੇ ਨਾਲ ਵੀ ਟ੍ਰੈਂਡ ਪਤਾ ਲੱਗਦਾ ਹੈ ਕਿ ਪਾਰਟਿਕੂਲਰ ਕਾਲਜ ਦੇ ਵਿੱਚ ਕਿੰਨੀਆਂ ਫਾਈਲਸ ਲੱਗ ਰਹੀਆਂ। ਬਹੁਤ ਸਾਰੇ ਕਾਲਜ ਤੇ ਐਸੇ ਨੇ ਜਿਹਦੇ ਵਿੱਚ ਕਿ ਤੁਹਾਡੀ ਐਲੀਜੀਬਿਲਟੀ ਵੀ ਉਨੀ ਨਹੀਂ ਬਣਦੀ, 6.5 ਬੈਂਡ ਹੀ ਐਕਸੈਪਟ ਕਰਦੇ, 6 ਬੈਂਡ ਵਾਲੇ ਨੂੰ ਐਕਸੈਪਟ ਹੀ ਨਹੀਂ ਕਰਦੇ। ਸੋ ਕਾਲਜ ਦੀ ਪ੍ਰੈਫਰੈਂਸ ਵੀ ਬਹੁਤ ਹੱਦ ਤੱਕ ਮੈਟਰ ਕਰਦੀ ਹੈ। ਉਸ ਤੋਂ ਬਾਅਦ ਜੇ ਅੱਜ ਦੀ ਡੇਟ ਦੇ ਵਿੱਚ ਕਹੀਏ ਕਿ ਪਹਿਲੇ 2-3 ਇਨਟੇਕ ਪਹਿਲੇ ਫਾਈਨੈਂਸ਼ੀਅਲ ਦਾ ਇੰਨਾ ਨਹੀਂ ਸੀਗਾ ਕਿ ਫਾਈਨੈਂਸ਼ੀਅਲ ਦਾ ਇੰਨਾ ਫਰਕ ਨਹੀਂ ਪੈਂਦਾ ਸੀਗਾ ਬਟ ਅੱਜ ਦੀ ਡੇਟ ਦੇ ਵਿੱਚ ਫਾਈਨੈਂਸ਼ੀਅਲ ਦਾ ਵੀ ਫਰਕ ਪੈ ਰਿਹਾ। ਐਟਲੀਸਟ ਤੁਹਾਡੇ ਕੋਲ ਆਪਣੇ ਨੈਕਸਟ ਈਅਰ ਦੀ ਕਾਲਜ ਦੀ ਫੀਸ ਔਰ ਲਿਵਿੰਗ ਐਕਸਪੈਂਸ ਇਹ ਸਭ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹਮੇਸ਼ਾ ਜਿਹੜੀ ਅਸੀਂ ਗੱਲ ਕਰਦੇ ਹਾਂ ਐਸਓਪੀ ਕੰਕਰੀਟ ਹੋਣੀ ਚਾਹੀਦੀ ਤੁਹਾਡੀ, ਉਹਦੇ ਵਿੱਚ ਤੁਹਾਡੇ ਗੋਲਸ ਕਲੀਅਰ ਹੋਣੇ ਚਾਹੀਦੇ ਨੇ, ਤੁਸੀਂ ਤੁਹਾਡਾ ਫਿਊਚਰ ਕੀ ਹੈ ਉਹ ਕਲੀਅਰ ਹੋਣਾ ਚਾਹੀਦਾ, ਆ ਕੇ ਤੁਸੀਂ ਇੰਡੀਆ ਦੇ ਵਿੱਚ ਵਾਪਸ ਕੀ ਕਰਨਾ ਹੈ ਇਹ ਚੀਜ਼ਾਂ ਕਲੀਅਰ ਹੋਣੀ ਚਾਹੀਦੀਆਂ। ਡਾਕੂਮੈਂਟਸ ਤੁਹਾਡਾ ਕੋਈ ਵੀ ਫਰਾਡਲੈਂਟ ਡਾਕੂਮੈਂਟਸ ਨਹੀਂ ਹੋਣਾ ਚਾਹੀਦਾ, ਇਹ ਸਭ ਤੋਂ ਵੱਡੀ ਗੱਲ ਹੈ। ਜੇ ਤੁਹਾਡਾ ਗੈਪ ਹੈਗਾ ਤਾਂ ਉਹ ਗੈਪ ਪ੍ਰੋਪਰਲੀ ਕਵਰ ਹੋਣਾ ਚਾਹੀਦਾ। ਜੇ ਗੈਪ ਕਵਰ ਨਹੀਂ ਹੋ ਰਿਹਾ ਤਾਂ ਤੁਸੀਂ ਕਿਸੇ ਹੋਰ ਕੰਟਰੀ ਲਈ ਅਪਲਾਈ ਕਰ ਲਓ ਜਿਹੜੇ ਕਿ ਗੈਪਸ ਐਕਸੈਪਟ ਕਰਦੇ ਨੇ ਬਟ ਕੈਨੇਡਾ ਦੇ ਵਿੱਚ ਕੋਈ ਨਕਲੀ ਡਾਕੂਮੈਂਟ ਦੇ ਕੇ ਜਾਂ ਕੋਈ ਫੇਕ ਡਾਕੂਮੈਂਟ ਦੇ ਕੇ ਤੁਹਾਨੂੰ ਐਂਡ ਦੇ ਵਿੱਚ ਬੈਨ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਇਹ ਛੋਟੀ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਜ਼ਰੂਰ ਸਾਨੂੰ ਵੀਜ਼ਾ ਮਿਲ ਸਕਦਾ ਜੇ ਇਹਨਾਂ ਚੀਜ਼ਾਂ ਦਾ ਅਸੀਂ ਧਿਆਨ ਰੱਖਦੇ ਹਾਂ ਤਾਂ ਜੀ। ਤੇ ਇੱਕ ਆ ਵੀ ਬਹੁਤ ਵੱਡਾ ਮੁੱਦਾ ਬਣ ਜਾਂਦਾ ਕਈ ਵਾਰ ਕਿ ਬਹੁਤ ਸਾਰੇ ਸਟੂਡੈਂਟਸ ਦਾ ਜਿਵੇਂ ਵੀਜ਼ਾ ਡਿਲੇ ਹੋ ਗਿਆ ਜਾਂ ਫਿਰ ਉਹਨਾਂ ਦਾ ਮੂਡ ਚੇਂਜ ਹੋ ਗਿਆ ਤਾਂ ਉਹਨਾਂ ਦਾ ਵਿਡਰਾਅਲ ਪ੍ਰੋਸੀਜਰ ਕੀ ਹੋਣਾ ਚਾਹੀਦਾ, ਜਿਵੇਂ ਕਿ ਕਈ ਦਾ ਮੂਡ ਚੇਂਜ ਹੋ ਜਾਂਦਾ ਕਿ ਹੁਣ ਅਸੀਂ ਕੈਨੇਡਾ ਨਹੀਂ ਜਾਣਾ ਕਿਸੇ ਹੋਰ ਕੰਟਰੀ ਵਿੱਚ ਜਾਣਾ ਤੇ ਕੀ ਵਿਡਰਾਅਲ ਪ੍ਰੋਸੀਜਰ ਹੋਣਾ ਚਾਹੀਦਾ? ਦੇਖੋ ਵਿਡਰਾਅਲ ਤੁਸੀਂ ਬਿਨਾਂ ਰੀਜ਼ਨ ਤੋਂ ਵੈਸੇ ਵਿਡਰਾਅਲ ਨਹੀਂ ਕਰ ਸਕਦੇ। ਇੱਕ ਵਾਰ ਤੁਸੀਂ ਫੀ ਪੇ ਕੀਤੀ ਹੋਈ ਹੈ ਤਾਂ ਤੁਹਾਨੂੰ ਤੁਸੀਂ ਡੈਫੀਨਿਟਲੀ ਆਪਣੇ ਡਿਸੀਜਨ ਦਾ ਇੰਤਜ਼ਾਰ ਕਰਦੇ ਹੋ। ਜੋ ਤੁਹਾਡਾ ਸਪੋਜ਼ ਅਨਫੋਰਚੂਨੇਟਲੀ ਕਿਸੇ ਦਾ ਰਿਫਿਊਜ਼ਲ ਆ ਜਾਂਦਾ ਤਾਂ ਉਹਨੂੰ ਉਹਦੀ ਫੀਸ ਵਾਪਸ ਮਿਲ ਜਾਂਦੀ ਹੈ ਬਟ ਯੈਸ ਇਹ ਅਗਰ ਤੁਹਾਡਾ ਡਿਸੀਜਨ ਨਹੀਂ ਆਉਂਦਾ ਤੁਹਾਡਾ ਮਾਈਂਡ ਚੇਂਜ ਹੋ ਗਿਆ ਤਾਂ ਕਾਲਜ ਨੂੰ ਕੁਝ ਵੀ ਕਾਲਜ ਔਰ ਤੁਹਾਡੇ ਵਿੱਚ ਪਿਛਲੇ ਐਪੀਸੋਡ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਸ ਤਰ੍ਹਾਂ ਸਾਡਾ ਕਾਲਜ ਦੇ ਨਾਲ ਡਾਇਰੈਕਟ ਟਾਈ ਅਪ ਹੈ ਸੋ ਇਹ ਤੁਹਾਡੇ ਏਜੰਟ ਤੇ ਡਿਪੈਂਡ ਕਰੇਗਾ ਕਿ ਉਹਨੇ ਕਿਸ ਤਰ੍ਹਾਂ ਤੁਹਾਡੀ ਫੀਸ ਵਾਪਸ ਮੰਗਵਾ ਕੇ ਦੇਣੀ। ਸਾਡੇ ਵਿੱਚ ਕੋਈ ਏਜੰਟ ਨਹੀਂ, ਸਾਡੀ ਕਾਲਜ ਦੇ ਨਾਲ ਡਾਇਰੈਕਟ ਗੱਲਬਾਤ ਹੈ। ਸਪੋਜ਼ ਸਟੂਡੈਂਟ ਦਾ ਮਾਈਂਡ ਚੇਂਜ ਹੋ ਜਾਂਦਾ, ਸਰਕਮਸਟੈਂਸ ਐਸੇ ਵੀ ਆ ਜਾਂਦੇ ਸੋ ਇੱਕ ਏਜੰਟ ਦੀ ਜ਼ਿੰਮੇਵਾਰੀ ਰਹੇਗੀ ਕਿ ਉਹਨੂੰ ਕਿਸ ਤਰ੍ਹਾਂ ਉਹਦੀ ਫੀਸ ਰਿਫੰਡ ਕਰਾ ਦਿੱਤਾ। ਇਹ ਬਹੁਤ ਵੱਡਾ ਫੈਕਟਰ ਹੈ ਕਿਉਂਕਿ ਬਹੁਤ ਵਾਰ ਐਸੇ ਕੇਸਿਸ ਆ ਜਾਂਦੇ ਨੇ ਜਿੱਥੇ ਸਟੂਡੈਂਟ ਨੂੰ ਫੀਸ ਦੀ ਰਿਫੰਡ ਦੀ ਲੋੜ ਹੁੰਦੀ ਹੈ ਔਰ ਇਹਦੇ ਵਿੱਚ ਬੱਚੇ 6-6 ਮਹੀਨੇ ਸਾਲ ਲਟਕਦੇ ਰਹਿੰਦੇ ਨੇ ਬਟ ਜੇ ਤੁਹਾਡਾ ਏਜੰਟ ਚੰਗਾ ਹੈਗਾ ਉਹਦੇ ਟਾਈਪਸ ਡਾਇਰੈਕਟ ਹੈਗੇ ਨੇ ਤਾਂ ਡੈਫੀਨਿਟਲੀ ਉਹਦੇ ਵਿੱਚ ਤੁਹਾਨੂੰ ਸਹਾਇਤਾ ਮਿਲਦੀ ਹੈ ਫੀ ਰਿਫੰਡ ਦੇ ਵਿੱਚ ਜੀ। ਤੇ ਅਮੀ ਜੀ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਕਿ ਕੈਨੇਡਾ ਜੋ ਹੈ ਕਲੋਜ਼ ਹੋ ਚੁੱਕਿਆ ਹੈ, ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿਉਂਕਿ ਅਸੀਂ YouTube ਤੇ ਲਗਾਤਾਰ ਵੀਡੀਓਜ਼ ਦੇਖ ਰਹੇ ਹਾਂ ਤੇ ਕਿੰਨੀ ਕੁ ਸੱਚਾਈ ਹੈ, ਫੇਕ ਨਿਊਜ਼ ਹੈ ਕਿ ਰਿਐਲਿਟੀ ਹੈ? ਦੇਖੋ
ਆਪਾਂ ਸ਼ਾਇਦ ਪਿਛਲੇ ਹੀ ਐਪੀਸੋਡ ਦੇ ਵਿੱਚ ਤੁਹਾਨੂੰ ਵੀਜ਼ਾ ਦੇ ਵੀ ਸ਼ੋਅ ਕੀਤੇ ਸੀਗੇ, ਹਾਂਜੀ। ਪਿਛਲੇ ਜਾਂ ਉਸ ਤੋਂ ਪਿਛਲੇ ਜੀ ਮੈਨੂੰ ਇੰਨਾ ਪਿਛਲੇ ਧਿਆਨ- ਪਿਛਲੇ ਹਾਂ। ਛੇਤੀ ਸੀ ਹਾਂਜੀ। ਤਾਂ ਉਸ ਤੋਂ ਇਹ ਚੀਜ਼ ਤਾਂ ਡੈਫੀਨੇਟ ਹੈਗੀ, ਕਲੀਅਰ ਹੈਗੀ ਹੈ ਕਿ ਵੀਜ਼ਾਸ ਡੈਫੀਨੇਟਲੀ ਆ ਰਹੇ ਨੇ। ਹੂੰ ਹੁਣ ਜੇ ਕਲੋਜ਼ ਦੀ ਗੱਲ ਕਰੀਏ, ਕਲੋਜ਼ ਦੀ ਖਬਰਾਂ ਕੌਣ ਫੈਲਾਉਂਦਾ? ਕਲੋਜ਼ ਦੀ ਖਬਰਾਂ ਉਹੀ ਫੈਲਾਉਂਦਾ ਜਿਹਦੇ ਲਈ ਕਲੋਜ਼ ਹੋ ਗਏ, ਯਾਨੀ ਕਿ ਜਿਸ ਦੇ ਰਿਫਿਊਜ਼ਲਸ ਹੀ ਇੰਨੇ ਜ਼ਿਆਦਾ ਆ ਗਏ, ਉਹਨੇ ਕੁਛ ਨਾ ਕੁਛ ਬਹਾਨਾ ਤਾਂ ਲਗਾਉਣਾ ਹੈ ਕਿ ਹਾਂਜੀ ਰਿਫਿਊਜ਼ਲਸ ਆ ਰਿਹਾ ਹੈ, ਵੀਜ਼ਾ ਨਹੀਂ ਆ ਰਿਹਾ, ਤਾਂ ਵੀਜ਼ਾ ਬੰਦ ਹੋ ਗਿਆ। ਜੀ ਬਟ ਪ੍ਰੈਕਟੀਕੈਲਿਟੀ ਜਿਹੜੀ ਹੈ ਉਹ ਤੁਹਾਡੇ ਨਾਲ ਸ਼ੋਅ ਕੀਤੀ, ਵਿਦ ਪ੍ਰੂਫ ਸ਼ੋਅ ਕੀਤੀ। ਅੱਜ ਵੀ ਵੀਜ਼ਾ ਸਟੈਂਪ ਹੋ ਕੇ ਆਏ ਨੇ। ਹੋ ਸਕਦਾ ਆਉਣ ਵਾਲੇ ਜਦੋਂ ਤੁਸੀਂ ਨੈਕਸਟ ਸਾਨੂੰ ਇਨਵਾਈਟ ਕਰੋਗੇ, ਉਸ ਤੋਂ ਨੈਕਸਟ ਵਾਰ ਇਨਵਾਈਟ ਕਰੋਗੇ, ਤਾਂ ਉਹ ਵੀਜ਼ਾਸ ਵੀ ਅਸੀਂ ਇਕੱਠੇ ਦਿਖਾਵਾਂਗੇ ਤੁਹਾਨੂੰ, ਕਿਉਂਕਿ ਇੱਕ ਸਾਡੀ ਸੀਰੀਜ਼ ਚੱਲਦੀ ਹੈ ਰੇਨ ਆਫ ਵੀਜ਼ਾਸ ਦੀ, ਜੀ। ਜਿਹਦੇ ਵਿੱਚ ਹਰ ਹਫਤੇ ਦੇ ਵਿੱਚ ਜਿੰਨਾ ਵੀ ਸਾਡੇ ਵੀਜ਼ਾਸ ਆਏ ਹੁੰਦੇ ਨੇ ਉਹ ਅਸੀਂ ਸਟੂਡੈਂਟਸ ਨਾਲ ਡਿਸਪਲੇ ਕਰਦੇ। ਉਹਦਾ ਮਤਲਬ ਕੋਈ ਮਾਰਕੀਟਿੰਗ ਨਹੀਂ ਹੈ, ਆਪਣੀ ਮਾਰਕੀਟਿੰਗ ਕਰਨਾ। ਉਹਦੇ ਇਹਨਾਂ ਜਿਹੜੀ ਫੇਕ ਨਿਊਜ਼ ਚੱਲ ਰਹੀ ਹੈ, ਇਹਨਾਂ ਦੇ ਅਗੇਂਸਟ ਜਾ ਕੇ ਸਟੂਡੈਂਟਸ ਨੂੰ ਹੌਸਲਾ ਦੇਣਾ, ਤਾਂ ਕਿ ਦੇਖੋ ਵੀਜ਼ਾ ਜੋ ਡਾਇਰੈਕਟ ਦਿਖਦਾ ਹੈ ਸਟੂਡੈਂਟ ਨੂੰ, ਤਾਂ ਉਹਨੂੰ ਵੀ ਹੌਸਲਾ ਹੁੰਦਾ ਕਿ ਜੇ ਕਿਸੇ ਸਟੂਡੈਂਟ ਹੋਰ ਦਾ ਆ ਸਕਦਾ ਤਾਂ ਮੇਰਾ ਕਿਉਂ ਨਹੀਂ ਆ ਸਕਦਾ। ਬਿਲਕੁਲ ਔਰ ਅੱਜ ਦੀ ਡੇਟ ਦੇ ਵਿੱਚ ਮੈਂ ਤੁਹਾਨੂੰ ਅਸ਼ੋਰ ਕਰਦਾ, ਜਿਹੜੀ ਕਰੀਮ ਪ੍ਰੋਫਾਈਲ ਹੈ ਉਹਨਾਂ ਨੂੰ ਤਾਂ ਬਿਲਕੁਲ ਹੀ ਘਬਰਾਉਣ ਦੀ ਲੋੜ ਨਹੀਂ। ਕਰੀਮ ਪ੍ਰੋਫਾਈਲ ਤੋਂ ਮੇਰਾ ਮਤਲਬ ਐਸਡੀਐਸ ਕੇਸ ਦੇ ਵਿੱਚ 6.5 ਬੈਂਡ ਹੈਗੇ ਆ, 70-75% ਤੋਂ ਉੱਪਰ ਉਹਦੇ ਨੰਬਰ ਹੈਗੇ ਆ, ਉਹਨੂੰ ਜਮਾਂ ਵੀ ਘਬਰਾਉਣ ਦੀ ਲੋੜ ਨਹੀਂ। ਉਹਦਾ ਵੀਜ਼ਾ ਦੀ ਗਾਰੰਟੀ ਮੈਂ ਦਿੰਦਾ। ਜੀ। ਜੇ ਤੁਸੀਂ ਮੇਰੇ ਕੋਲ ਫਾਈਲ ਲਗਾਉਂਦੇ ਹੋ, ਜਾਂ ਫਿਰ ਜੇ ਤੁਸੀਂ ਸਲਾਹ ਵੀ ਲੈਣਾ ਚਾਹੁੰਦੇ ਹੋ, ਫਾਈਲ ਕਿਸੇ ਹੋਰ ਕੋਲ ਲਗਾਉਣਾ ਚਾਹੁੰਦੇ ਹੋ, ਉਸ ਵਿੱਚ ਵੀ ਕੋਈ ਪ੍ਰੋਬਲਮ ਨਹੀਂ। ਸਲਾਹ ਤੁਹਾਨੂੰ 24/7 ਮਿਲੇਗੀ, ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਵਿੱਚ। ਹਾਂਜੀ। ਬਟ ਐਸਾ ਕੋਈ ਵੀ ਚੀਜ਼ ਨਹੀਂ ਹੈ ਕਿ ਕੈਨੇਡਾ ਬੰਦ ਹੋ ਗਿਆ। ਜੇ ਕੈਨੇਡਾ ਅੱਜ ਦੀ ਡੇਟ ਦੇ ਵਿੱਚ ਜਿਹੜੀ ਮੇਨ ਐਮਬੈਸੀ ਖੁੱਲੀ ਉਹ ਕੈਨੇਡਾ ਦੀ ਹੈਗੀ, ਅਗਰ ਇਹਦੇ ਵਿੱਚ ਕੁਝ ਵੀ ਹਲਚਲ ਹੋਏਗੀ, ਉੱਥੇ ਬਹੁਤ ਪੰਜਾਬੀ ਬੈਠੇ ਨੇ। ਜੀ ਇੱਕ ਕਾਲਰ ਸਾਡੇ ਨਾਲ ਜੁੜਨਾ ਚਾਹੁੰਦੇ ਨੇ। ਜੀ ਹੈਲੋ ਹੈਲੋ, ਹਾਂਜੀ ਸਰ, ਆਪਣਾ ਨਾਮ ਦੱਸੋ। ਗੁੱਡ ਈਵਨਿੰਗ ਜੀ। ਹਾਂਜੀ ਮੇਰਾ ਨਾਮ ਜੀ ਸਤਵੀਰ ਸਿੰਘ ਹੈ। ਸਤਵੀਰ ਜੀ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ? ਮੈਂ ਜੀ ਪਟਿਆਲੇ ਤੋਂ। ਜੀ ਪਟਿਆਲੇ ਤੋਂ। ਜੀ ਪੁੱਛੋ ਆਪਣਾ ਸਵਾਲ ਸਰ ਤੋਂ। ਹਾਂਜੀ, ਐਕਚੁਅਲੀ ਮੈਨੇ ਪੀਟੀ ਕਰੀ ਸੀ। ਜੀ ਜੀ ਓਵਰਆਲ ਜਿਹੜਾ ਬੈਂਡ ਸਕੋਰ ਸੀ ਉਹ 62 ਸੀ, 62 ਓਕੇ ਨੋਟ ਲੈਸ ਦੈਨ 58। ਓਕੇ, ਸਕੋਰ ਤਾਂ ਚੰਗਾ ਤੁਹਾਡਾ। ਹਾਂਜੀ, ਮੈਂ ਆਪਣੀ ਫਾਈਲ ਵੀ ਜਿਹੜੀ ਅਸੈਸਮੈਂਟ ਕਰਾਈ ਹੋਈ ਹੈ, ਮੇਰਾ ਸਾਰਾ ਕੁਝ ਡਨ ਹੋ ਗਿਆ, ਜੀ ਜੀ ਬਟ ਸਰ ਮੈਨੂੰ ਕੋਈ ਰਿਸਪੌਂਸ ਨਹੀਂ ਆਇਆ। ਰਿਸਪੌਂਸ ਨਹੀਂ ਆਇਆ ਮਤਲਬ ਮੈਂ ਸਮਝਿਆ ਨਹੀਂ। ਰਿਸਪੌਂਸ ਨਹੀਂ ਆਇਆ ਕਿ ਤੁਹਾਨੂੰ ਅਸੈਸਮੈਂਟ ਨਹੀਂ ਮਿਲੀ? ਸਾਡੇ ਕੋਲੋਂ ਅਸੈਸਮੈਂਟ ਕਰਾਈ ਹੈ ਤੁਸੀਂ? ਨਹੀਂ ਜੀ ਨਹੀਂ, ਮੈਂ ਕਿਤੇ ਹੋਰ ਤੋਂ ਕਰਾਈ ਸੀ। ਮੈਂ ਫਾਈਲ ਅਪਲਾਈ ਕਰੀ ਹੋਈ ਹੈ। ਮਤਲਬ ਰਿਸਪੌਂਸ ਨਹੀਂ ਆਇਆ ਕਹਿਣ ਦਾ ਮਤਲਬ ਕਿ ਤੁਹਾਡਾ ਰਿਫਿਊਜ਼ਲ ਆ ਗਿਆ, ਜਾਂ ਫਿਰ ਕੀ ਰਿਸਪੌਂਸ ਨਹੀਂ? ਮਤਲਬ ਅੱਗੇ ਡਿਸੀਜਨ ਨਹੀਂ ਆਇਆ? ਐਕਚੁਅਲ ਉਹ ਕੋਈ ਡਿਸੀਜਨ ਨਹੀਂ, ਜਿਹੜੀ ਫਾਈਨਲ ਡਿਸੀਜਨ ਤੇ ਵੀ ਕਦੋਂ ਲੱਗੀ ਸੀ ਤੁਹਾਡੀ ਫਾਈਲ? ਮੈਂ ਜਨਵਰੀ ਚ ਅਪਲਾਈ ਕਰਿਆ ਸੀ, ਉਹਦੇ ਵਿੱਚ ਸਾਰਾ ਕੁਝ ਡਨ ਹੋ ਗਿਆ। ਦੇਖੋ ਹੁਣ ਮੈਂ 5-7 ਮਿੰਟ ਪਹਿਲੇ ਹੀ ਡਿਸਕਸ ਕੀਤਾ ਸੀ, ਸ਼ਾਇਦ ਤੁਸੀਂ ਸ਼ੋਅ ਸ਼ੁਰੂ ਤੋਂ ਨਹੀਂ ਦੇਖਿਆ। ਦੇਖੋ ਜੇ ਜੈਨ ਦੇ ਵਿੱਚ ਤੁਸੀਂ ਫਾਈਲ ਅਪਲਾਈ ਕੀਤੀ ਸੀ, ਵੈਸੇ ਪੀਟੀ ਦਾ ਡਿਸੀਜਨ ਤਾਂ ਵੈਸੇ ਹੀ ਬਹੁਤ ਜ਼ਿਆਦਾ ਫਾਸਟ ਆਉਂਦਾ। ਹਾਂ, ਹਫਤੇ 10 ਦਿਨ ਦੇ ਵਿੱਚ 15 ਦਿਨ ਦੇ ਵਿੱਚ ਆ ਜਾਂਦਾ। ਬਟ ਤੁਹਾਨੂੰ ਮੈਂ ਇਹੀ ਸਲਾਹ ਦੇਵਾਂਗਾ ਕਿ ਆਪਣੀ ਫਾਈਲ ਵਿਡਰਾਅ ਕਰੋ ਔਰ ਇਹਨੂੰ ਦੁਬਾਰਾ ਲਗਾਓ ਜੀ। ਹੁਣ ਹਾਂ, ਕੋਈ ਬਹੁਤ ਜ਼ਿਆਦਾ ਡਿਲੇ ਹੋ ਗਿਆ, ਹੁਣ ਇੰਨਾ ਟਾਈਮ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ ਹੈ। ਜੈਨ ਦੇ ਵਿੱਚ ਲੱਗੀ ਹੋਈ ਫਾਈਲ ਤੇ ਇਹਨੂੰ ਵਿਡਰਾਅ ਕਰਕੇ ਔਰ ਦੁਬਾਰਾ ਇਹਨੂੰ ਲਗਾਓ, ਕਿਉਂਕਿ ਉਹ ਫਾਈਲ ਕਿਤੇ ਦੱਬ ਗਈ ਹੈ। ਜੀ 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 ਬਹੁਤ ਬਹੁਤ ਸ਼ੁਕਰੀਆ ਜੀ। ਜੀ ਇਹ ਗੁਰਪ੍ਰੀਤ ਜੀ ਦਾ ਵੀ ਕੁਐਸਚਨ ਆਇਆ ਸੀ, ਮੈਂ ਉਹ ਵੀ ਹਾਂਜੀ, ਲੈਣਾ ਜ਼ਰੂਰ ਇੱਥੇ। ਜੀ, ਜ਼ਰੂਰ। ਇਹਨਾਂ ਦੇ PT 56 ਨੋਟ ਲੈਸ ਦੈਨ 52 ਆਫਟਰ 12th। ਜੀ ਇਹਨਾਂ ਨੇ ਲਿਖਿਆ, ਬਟ ਮੈਂ ਗੁਰਪ੍ਰੀਤ ਜੀ ਨੂੰ ਕਹਾਂਗਾ ਕਿ ਆਪਣੇ 12th ਦੇ ਮਾਰਕਸ ਵੀ ਇਹਦੇ ਵਿੱਚ ਲਿਖਣ, ਆਪਣੀ ਪੂਰੀ ਡਿਟੇਲ ਦੇਣ, ਭਾਵੇਂ ਅਗਰ ਇੱਥੇ ਨਹੀਂ ਪੇਸਟ ਕਰ ਸਕਦੇ ਤਾਂ ਸਾਡੇ WhatsApp ਤੇ ਕਰ ਦੇਣ, ਫਿਰ ਮੈਂ ਇਹਨਾਂ ਨੂੰ ਪੂਰੀ ਸਲਾਹ ਦੇ ਪਾਵਾਂ। ਜੀ ਇੱਕ ਹੋਰ ਕਾਲ और जुड़ना चाहेंगे ਸਾਡੇ ਨਾਲ। ਜੀ ਹੈਲੋ, ਇਹ ਕਾਲ ਬ੍ਰੇਕ ਹੋ ਚੁੱਕੀ ਹੈ, ਜੀ, ਕੱਟ ਹੋ ਜੀ। ਚੁੱਕੀ ਹੈ ਜੀ। ਤੇ ਅਸੀਂ ਗੱਲ ਕਰ ਰਹੇ ਸੀ ਕੈਨੇਡਾ ਕਲੋਜ਼ਡ ਹੋ ਕੈਨੇਡਾ ਚੁੱਕਿਆ। ਕਲੋਜ਼ ਤੇ ਜੀ। ਗੱਲ ਚੱਲ ਰਹੀ, ਤਾਂ ਉਹ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਐਸੀ ਕੋਈ ਵੀ ਗੱਲ ਨਹੀਂ ਹੈ, ਕੋਰੀ ਅਫਵਾਹ ਹੈਗੀ ਹੈ। ਹਾਂ, ਜਿਹੜੇ ਏਜੰਟਸ ਦੇ ਵੀਜ਼ਾਸ ਨਹੀਂ ਨਿਕਲ ਰਹੇ ਉਹਨਾਂ ਲਈ ਜ਼ਰੂਰ ਕਲੋਜ਼ ਹੋ ਸਕਦਾ, ਬਟ ਸਾਡੇ ਲਈ ਓਪਨ ਹੈ, ਬਹੁਤ ਅੱਛੀ ਤਰ੍ਹਾਂ ਓਪਨ ਹੈ। ਜਿਹੜੇ ਮੈਂ ਤੁਹਾਨੂੰ ਦੱਸਿਆ ਐਸਡੀਐਸ ਪ੍ਰੋਫਾਈਲ ਤੇ ਤਾਂ ਨਤੀਜੇ ਅੱਛੇ ਆ ਹੀ ਰਹੇ ਨੇ। ਹੁਣ ਪੀਟੀ ਦੇ ਸਟੂਡੈਂਟ ਦਾ ਕਾਲ ਆਇਆ ਸੀ, ਤਾਂ ਪੀਟੀ ਦੇ ਵਿੱਚ ਵੀ ਬਹੁਤ ਅੱਛੇ ਨਤੀਜੇ ਦੇਖਣ ਨੂੰ ਮਿਲ ਰਹੇ ਨੇ ਸਾਨੂੰ। ਔਰ ਜਿਹੜਾ ਪ੍ਰੋਫਾਈਲ ਇਹ ਦੱਸ ਰਹੇ ਸੀ ਸ਼ਾਇਦ 62 ਤੋਂ 62 ਦੇ ਵਿੱਚ ਤਾਂ ਵੀਜ਼ਾ ਦੇ ਬਹੁਤ ਅੱਛੇ ਚਾਂਸ। ਸੋ ਕਲੋਜ਼ ਵਾਲੀ ਕੋਈ ਗੱਲ ਨਹੀਂ, ਸਟੂਡੈਂਟਸ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਕੈਨੇਡਾ ਹਲੇ ਖੁੱਲਿਆ, ਬਹੁਤ ਅੱਛੀ ਤਰ੍ਹਾਂ ਖੁੱਲਿਆ। ਤੁਸੀਂ ਆਪਣੀ ਐਪਲੀਕੇਸ਼ਨ ਲਗਾਓ। ਜੇ ਐਸਡੀਐਸ ਕੇਸ ਹੈਗਾ ਤੁਹਾਡੇ 6.5 ਬੈਂਡ ਹੈਗੇ ਆ, +2 ਦੇ ਵਿੱਚ ਤੁਹਾਡੇ 60% ਤੋਂ ਉੱਪਰ ਮਾਰਕਸ ਹੈਗੇ ਆ, ਤਾਂ ਵੀਜ਼ਾ ਦੇ 80 ਤੋਂ 90% ਤੱਕ ਹਲੇ ਵੀ ਚਾਂਸਿਸ ਤੁਹਾਡੇ ਬਣੇ ਹੋਏ ਆ। ਕੋਈ ਘਬਰਾਉਣ ਦੀ ਲੋੜ ਨਹੀਂ। ਹਾਂ, ਥੋੜੀ ਬਹੁਤੀ ਇਹ ਸਮੱਸਿਆ ਜ਼ਰੂਰ ਆ ਸਕਦੀ ਹੈ ਕਿ ਜਿਸ ਤਰ੍ਹਾਂ ਐਪਲੀਕੇਸ਼ਨਾਂ ਬਹੁਤ ਜ਼ਿਆਦਾ ਲੱਗਦੀਆਂ ਤਾਂ ਡਿਲੇ ਵਾਲੇ ਸਿਚੁਏਸ਼ਨ ਜ਼ਰੂਰ ਆ ਸਕਦੀ ਹੈ। ਉਹਦੇ ਲਈ ਤੁਹਾਨੂੰ ਪ੍ਰੀਪੇਅਰ ਹੋਣਾ ਪਏਗਾ, ਆਪਣੇ ਬੈਕਅਪ ਜ਼ਰੂਰ ਰੱਖਿਆ ਕਰੋ। ਬਟ ਬਹੁਤ ਅੱਛਾ ਰਿਸਪੌਂਸ ਦੇ ਰਹੀ ਹੈ ਕੈਨੇਡਾ ਦੇ ਐਮਬੈਸੀ ਇਸ ਸਮੇਂ ਵੀ। ਜੀ ਇੱਕ ਹੋਰ ਕਾਲਰ ਸੇ ਲੈ ਲਈਏ। ਜੀ ਇਹ ਵੀ ਕਾਲ ਕੱਟ ਹੋ ਜੀ, ਚੁੱਕੀ ਹੈ ਜੀ, ਜੀ। ਜੀ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਦੇ ਕਿ ਇਸ ਵੇਲੇ ਤੁਸੀਂ ਸਾਨੂੰ ਲਾਈਵ ਵੇਖ ਰਹੇ ਹੋ YouTube ਤੇ FB ਤੇ। ਜੇਕਰ ਤੁਹਾਡੇ ਵੀ ਮਨ ਵਿੱਚ ਕੋਈ ਸਵਾਲ ਨੇ, ਤੁਸੀਂ ਅਮੀ ਜੀ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਥੱਲੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਸਾਨੂੰ ਕਮੈਂਟ ਕਰ ਸਕਦੇ ਹੋ, ਜਾਂ ਫਿਰ ਡਾਇਰੈਕਟ ਕਾਲ ਕਰਕੇ ਤੁਸੀਂ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜ ਸਕਦੇ ਹੋ, ਜਾਂ ਫਿਰ WhatsApp ਤੇ ਵੀ ਤੁਸੀਂ ਸਾਨੂੰ ਸਵਾਲ ਪੁੱਛ ਸਕਦੇ ਹੋ। ਜਾਂ ਇੱਕ ਹੋਰ ਆਪਸ਼ਨ ਤੁਹਾਡੇ ਕੋਲ ਹੈ, ਜੇਕਰ ਤੁਸੀਂ ਪਰਸਨਲੀ ਅਮੀ ਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਹੈੱਡ ਆਫਿਸ ਸੈਕਟਰ 82 ਮੋਹਾਲੀ ਵੀ ਜਾ ਕੇ ਵੀ ਪਰਸਨਲੀ ਵਿਜ਼ਿਟ ਕਰ ਸਕਦੇ ਹੋ ਤੇ ਆਪਣੇ ਸਵਾਲ ਜਿਹੜੇ ਨੇ ਪੁੱਛ ਸਕਦੇ ਹੋ। ਤੇ ਅਮੀ ਜੀ, ਜਿਵੇਂ ਅਸੀਂ PT ਦੀ ਗੱਲ ਕੀਤੀ ਸੀ, ਤੇ ਜੀ, ਜੀ। PT ਦਾ ਕੀ ਟ੍ਰੈਂਡ ਚੱਲ ਰਿਹਾ? ਤੁਹਾਡੀ ਆਰਗੇਨਾਈਜੇਸ਼ਨ ਵੀ PT ਤੇ ਆਇਲਸ ਕਰਵਾਉਂਦੀ ਹੈ? ਜੀ ਬਿਲਕੁਲ ਕਰਵਾਉਂਦੀ ਹੈ। ਜੀ। ਸਾਡੇ ਮੁਹਾਲੀ ਦੇ ਵਿੱਚ ਤਾਂ ਅਸੀਂ ਨਹੀਂ ਕਰਵਾਉਂਦੇ, ਆਨਲਾਈਨ caller ਹਾਲਾਂਕਿ ਨੇ। ਜੀ ਕਾਲ ਲੈ ਲਓ ਪਹਿਲੇ। ਹੈਲੋ ਹੈਲੋ, ਹੈਲੋ, ਹਾਂਜੀ ਹਾਂਜੀ
ਹਾਂਜੀ ਪਵਨ ਜੀ ਕੀ ਮੇਰਾ ਰਿਫਿਊਜ਼ਲ ਆਇਆ ਰੀਸੈਂਟਲੀ। ਜੀ 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 ਜੀ, ਜੀ ਜੀ। ਪਵਨ, ਹਾਂ ਪਵਨ, ਕੀ ਪ੍ਰੋਫਾਈਲ ਸੀ ਤੁਹਾਡਾ? सर पवन कुमार बात कर रहा हूँ। ਮੈਂ ਕਿਹਾ ਪ੍ਰੋਫਾਈਲ ਕੀ ਸੀਗਾ ਤੁਹਾਡਾ, ਕੀ ਪ੍ਰੋਫਾਈਲ ਸੀਗਾ? 6 each overall 6 6 ਈਚ ਐਸਡੀਐਸ ਕੇਸ। after plus 2 सर। ਠੀਕ ਹੈ, ਰਿਫਿਊਜ਼ਲ ਆ ਗਈ ਤੁਹਾਨੂੰ ਮਾਈ ਇਨਟੇਕ ਦੀ। हाँ जी। ਦੇਖੋ ਤੁਸੀਂ ਆਪਣੇ ਡਾਕੂਮੈਂਟ ਸ਼ੇਅਰ ਕਰੋ ਪਹਿਲੇ ਮੇਰੇ ਨਾਲ, ਫਿਰ ਤਾਂ ਹੀ ਮੈਂ ਉਹਦੇ ਵਿੱਚ ਦੱਸ ਪਾਵਾਂਗੀ ਤੁਹਾਡੇ ਕੋਰਸ ਦੀ ਰੈਲੇਵੈਂਸੀ ਕਰਕੇ ਆ ਗਈ, ਫਾਈਨੈਂਸ਼ੀਅਲ ਕਰਕੇ ਆ ਗਈ, ਹੋਰ ਕੋਈ ਰੀਜ਼ਨ ਸੀਗਾ। ਤੁਸੀਂ ਆਪਣੇ ਡਾਕੂਮੈਂਟ ਸਾਰੇ ਮੇਰੇ ਨਾਲ ਸ਼ੇਅਰ ਕਰ ਦਿਓ ਸ਼ੋਅ ਤੋਂ ਬਾਅਦ, ਜਾਂ ਫਿਰ ਕੱਲ ਤੁਹਾਨੂੰ ਕਾਲ ਬੈਕ ਆ ਜਾਏਗਾ ਤੇ ਪੂਰਾ ਦਾ ਪੂਰਾ ਅਸੈਸਮੈਂਟ ਤੁਹਾਨੂੰ ਦੇ ਕੇ ਤੁਹਾਨੂੰ ਦੱਸ ਦਾਂਗੇ ਰੀਜ਼ਨ ਕੀ ਸੀਗਾ ਔਰ ਅੱਗੇ ਫਿਊਚਰ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ। ओके ਜੀ ਜੀ ਥੈਂਕ ਬਹੁਤ ਬਹੁਤ ਸ਼ੁਕਰੀਆ ਜੀ। ਜੀ ਅਸੀਂ ਗੱਲ ਕਰ ਰਹੇ ਸੀ ਪੀਟੀ ਬਾਰੇ ਕਿ ਜੀ। ਤੁਹਾਡੀ ਆਰਗੇਨਾਈਜੇਸ਼ਨ ਪੀਟੀ ਤੇ ਆਇਲਸ ਕਰਾਉਂਦੀ ਹੈ। ਹਾਂ। ਹਾਂਜੀ ਪੀਟੀ ਔਰ ਆਇਲਸ ਕਰਾਂਦੀ ਹੈ। ਆਇਲਸ ਦੀ ਆਨਲਾਈਨ ਕਲਾਸਿਸ ਵੀ ਚੱਲਦੀਆਂ ਨੇ ਔਰ ਬਰਨਾਲੇ ਔਰ ਬਠਿੰਡੇ ਦੇ ਵਿੱਚ ਪੀਟੀ ਪਲੱਸ ਆਇਲਸ ਦੋਨੋਂ ਹੀ ਕਰਵਾਈ ਜਾਂਦੀ ਨੇ। ਤੇ ਜੇ ਵੀਜ਼ਾ ਟ੍ਰੈਂਡ ਦੀ ਮੈਂ ਗੱਲ ਕਰਾਂ, ਪੀਟੀ ਦੀ ਗੱਲ ਚੱਲ ਰਹੀ ਸੀ, ਵੀਜ਼ਾ ਟ੍ਰੈਂਡ ਬਹੁਤ ਅੱਛਾ ਚੱਲ ਰਿਹਾ ਹੈ। ਸੈਪਟੰਬਰ ਇਨਟੇਕ ਦੇ ਵਿੱਚ 15 ਤੋਂ 20 ਵੀਜ਼ਾ ਸਾਡੇ ਪੀਟੀ ਦੇ ਨਿਕਲ ਕੇ ਆਏ ਨੇ। ਨੰਬਰ ਇਸ ਕਰਕੇ ਘੱਟ ਆਏ ਕਿ ਪਾਸਟ ਦੇ ਜਿਹੜੇ ਇਨਟੇਕ ਰਹੇ ਸੀ ਉਹਦੇ ਵਿੱਚ ਪੀਟੀ ਦਾ ਟ੍ਰੈਂਡ ਇੰਨਾ ਅੱਛਾ ਨਹੀਂ ਸੀ। ਸੋ ਅਸੀਂ ਖੁਦ ਇਸ ਚੀਜ਼ ਨੂੰ ਡਿਸਕਰੇਜ ਕਰ ਰਹੇ ਸੀ ਕਿ ਪੀਟੀ ਦੀ ਫਾਈਲਾਂ ਨਾ ਫੜੀਆਂ ਜਾਣ, ਔਰ ਜੇ ਫੜੀਆਂ ਜਾਣ ਤਾਂ ਐਸੇ ਸਕੋਰ ਤੇ ਫੜੀਆਂ ਜਾਣ ਜੋ ਕਿ ਬਹੁਤ ਅੱਛਾ ਸਕੋਰ, ਜਿਸ ਤਰ੍ਹਾਂ 60 ਦਾ ਸਕੋਰ ਤੇ ਅਸੀਂ ਫਾਈਲਸ ਲੈ ਰਹੇ ਸੀਗੇ। ਬਟ ਹੁਣ ਟ੍ਰੈਂਡ ਨੂੰ ਦੇਖਦੇ ਹੋਏ ਮੈਂ ਸਟੂਡੈਂਟਸ ਨੂੰ ਅਪੀਲ ਕਰਾਂਗਾ ਕਿ ਜੇ ਤੁਹਾਡਾ 56 ਸਕੋਰ ਵੀ ਹੈਗਾ ਤਾਂ ਤੁਸੀਂ ਆਪਣੀ ਫਾਈਲ ਲਗਾ ਸਕਦੇ ਹੋ। ਟ੍ਰੈਂਡ ਬਹੁਤ ਵਧੀਆ ਚੱਲ ਰਿਹਾ ਜੀ ਜੀ। ਹੈਲੋ हेलो ਹੈਲੋ ਹਾਂਜੀ ਬਹੁਤ ਬਹੁਤ ਸਵਾਗਤ ਤੁਹਾਡਾ। हेलो ਹੈਲੋ मैम मैंने प्लस 2 करी हुई है ਹਾਂਜੀ ਆਪਣਾ ਨਾਮ ਦੱਸੋਗੇ ਪਹਿਲਾਂ? सर। संदीप नाम है जी मेरा। ਕਿੱਥੋਂ ਗੱਲ ਕਰ ਰਹੇ ਹੋ? चंडीगढ़ तो जी। ਹਾਂਜੀ ਪੁੱਛੋ ਸਵਾਲ ਜੀ। जी मैं प्लस 2 की हुई है तो मैं बाहर जा सकता जी? ਹਾਂਜੀ ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ? ਬਾਹਰ ਦੇ ਲਈ ਤਾਂ ਬਹੁਤ ਸਾਰੀ ਕੰਟਰੀਆਂ ਹੈਗੀਆਂ। कनाडा जी। ਆਇਲਟਸ ਕਰਨੀ ਪਏਗੀ ਤੁਹਾਨੂੰ, ਆਇਲਟਸ ਜਾਂ ਪੀਟੀ ਕਰਨੀ ਪਏਗੀ, ਕੋਈ ਇੰਗਲਿਸ਼ ਲੈਂਗੁਏਜ ਦਾ ਟੈਸਟ ਦੇਣਾ ਪਏਗਾ, ਉਸ ਤੋਂ ਬਾਅਦ ਹੀ ਜਾ ਸਕਦੇ ਹੋ। ਪਲੱਸ 2 ਵਿੱਚ ਮਾਰਕਸ ਕਿੰਨੇ ਤੁਹਾਡੇ? 49 है जी। 49 ਬਹੁਤ ਘੱਟ ਸਕੋਰ ਹੈ ਤੁਹਾਡਾ ਜੀ ਇਹਨਾਂ ਦੀ ਜੀ। ਇਹਨਾਂ ਦਾ ਮੈਂ ਜਵਾਬ ਚਲੋ ਸ਼ਾਇਦ ਸੁਣ ਰਹੇ ਹੋ। 49% ਬਹੁਤ ਥੋੜਾ ਸਕੋਰ ਹੈ। ਕੈਨੇਡਾ ਆਸਟ੍ਰੇਲੀਆ ਜੈਸੀ ਕੰਟਰੀਜ਼ ਦੇ ਵਿੱਚ ਇਹਨਾਂ ਦਾ ਨਹੀਂ ਹੋ ਸਕਦਾ। ਇਹ ਜ਼ਿਆਦਾ ਯੂਰਪ ਲਈ ਅਪਲਾਈ ਕਰ ਸਕਦੇ, ਬਟ ਉੱਥੇ ਵੀ ਚਾਂਸਸ ਕਾਫੀ ਘੱਟ ਰਹਿਣਗੇ। ਸੋ ਇੰਨੇ ਘੱਟ ਮਾਰਕਸ ਦੇ ਨਾਲ ਹਾਂ ਅਗਰ ਆਪਣਾ ਬੈਂਡ ਸਕੋਰ ਅੱਛਾ ਲੈ ਆਉਂਦੇ 6 6.5 ਬੈਂਡ ਸਕੋਰ ਆ ਜਾਂਦਾ ਪੀਟੀ ਦੇ ਵਿੱਚ ਅੱਛਾ ਜਾਂਦਾ ਤਾਂ ਯੂਰਪ ਲਈ ਟਰਾਈ ਕੀਤਾ ਜਾ ਸਕਦਾ। ਬਟ ਕੈਨੇਡਾ ਜਾਂ ਆਸਟ੍ਰੇਲੀਆ ਜੈਸੀ ਕੰਟਰੀਜ਼ ਦੇ ਵਿੱਚ ਪੋਸੀਬਲ ਨਹੀਂ ਹੈਗਾ ਜੀ। ਤੇ ਤੁਸੀਂ ਆਇਲਸ ਬਾਰੇ ਦੱਸਿਆ ਸੀ, ਪੀਟੀ ਤੇ ਆਇਲਸ ਬਾਰੇ। ਜੀ ਆਇਲਟਸ ਔਰ ਪੀਟੀ ਦੋਨੋਂ ਹੀ ਅਸੀਂ ਕਰਵਾ ਰਹੇ ਹਾਂ ਆਪਣੀ ਬਰਨਾਲਾ ਔਰ ਬਠਿੰਡਾ ਬ੍ਰਾਂਚ ਦੇ ਵਿੱਚ। ਸੋ ਜੇ ਸਟੂਡੈਂਟ ਕੋਈ ਕਰਨਾ ਚਾਹੁੰਦਾ ਹੈ ਆਨਲਾਈਨ ਵੀ ਆਇਲਟਸ ਦੀ ਕਲਾਸਿਸ ਜੁਆਇਨ ਕਰ ਸਕਦਾ। ਕਾਫੀ ਅੱਛਾ ਰਿਸਪੌਂਸ ਆ ਰਿਹਾ ਸਟੂਡੈਂਟਸ ਦੇ। ਸਾਡਾ ਪੇਜ ਵੀ ਬਣਿਆ, ਉਸ ਤੇ ਫੇਸਬੁੱਕ ਤੇ ਚੈੱਕ ਕਰ ਸਕਦੇ ਹੋ। ਸਟੂਡੈਂਟ ਦਾ ਅੱਛਾ ਰਿਸਪੌਂਸ ਆ ਰਿਹਾ। ਸੋ ਆਇਲਟਸ ਔਰ ਪੀਟੀ ਦੋਨੋਂ ਹੀ ਅਸੀਂ ਕਰਵਾ ਰਹੇ ਹਾਂ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਟ੍ਰੈਂਡ ਆਇਲਟਸ ਦਾ ਤਾਂ ਖੈਰ ਮੈਂ ਦੱਸ ਹੀ ਦਿੱਤਾ ਕਿ 6 ਬੈਂਡ ਜੇ ਹੈਗੇ ਤੁਹਾਡੇ ਬਹੁਤ ਅੱਛੇ ਚਾਂਸਸ ਨੇ। ਪੀਟੀ ਦੇ ਨਾਲ ਵੀ ਇਸ ਵਾਰ ਮੈਨੂੰ ਲੱਗਦਾ ਕਿਉਂਕਿ ਪਿਛਲੀ ਵਾਰ ਅਸੀਂ ਫਾਈਲਾਂ ਹੀ ਐਕਸੈਪਟ ਹੋ ਕੀਤੀਆਂ ਸੀ ਜਿਹਦੇ ਵਿੱਚ 58 ਤੋਂ ਉੱਪਰ ਸਕੋਰ ਸੀਗਾ। ਸੋ ਉਹਦੇ ਵਿੱਚ 10-12 ਵੀਜ਼ੇ ਨਿਕਲ ਕੇ ਆਏ ਔਰ ਮੈਨੂੰ ਲੱਗਦਾ ਕਿ ਇਸ ਵਾਰ ਜੇ 56 ਤੋਂ ਵੀ ਉੱਪਰ ਸਕੋਰ ਹੈਗਾ ਤਾਂ ਡੈਫੀਨਿਟਲੀ ਐਸੇ ਸਟੂਡੈਂਟਸ ਨੂੰ ਵੀ ਸਕਸੈਸ ਜ਼ਰੂਰ ਮਿਲੇਗੀ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਨਵੀਆਂ ਤੇ ਤਾਜ਼ੀਆਂ ਅਪਡੇਟਸ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਚੈਨਲ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, Facebook ਪੇਜ ਨੂੰ ਜ਼ਰੂਰ ਲਾਈਕ ਕਰੋ। ਉੱਥੇ ਰੈਗੂਲਰਲੀ ਆਪਣੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਨੇ। ਜੀ ਬਿਲਕੁਲ ਜੀ। ਤੇ ਇੱਕ ਹੋਰ ਗੱਲ ਦੱਸਣਾ ਚਾਹੁੰਦੇ ਹਾਂ ਕਿ 15 ਅਗਸਤ ਤੱਕ ਜਿਹੜੇ ਵੀਜ਼ਾਸ ਦੇ ਨਾਲ ਅਸੀਂ ਪਹਿਲਾਂ ਵੀ ਸ਼ੋਅ ਵਿੱਚ ਗੱਲ ਕੀਤੀ ਸੀ, 2 ਸ਼ੋਅਜ਼ ਵਿੱਚ, ਕਿ ਵੀਜ਼ਾ ਦੇ ਨਾਲ ਜਿਹਨਾਂ ਦੇ ਵੀਜ਼ਾਸ ਆ ਰਹੇ ਨੇ ਸਟੂਡੈਂਟਸ ਦੇ ਉਹਨਾਂ ਨੂੰ ਲੈਪਟਾਪ ਵੀ ਫ੍ਰੀ ਦਿੱਤਾ ਜਾ ਰਿਹਾ। ਤੇ ਜੇ 15 ਅਗਸਤ ਤੱਕ ਹਾਂਜੀ ਇਹ ਆਫਰ ਲਿਮਿਟਿਡ ਹੈ ਹੁਣ 15 ਅਗਸਤ ਤੱਕ। ਜੇ ਜਾਣਾ ਚਾਹੁੰਦੇ ਨੇ ਉਹ ਛੇਤੀ ਵਾਕ ਇਨ ਕਰ ਸਕਦੇ ਨੇ। ਨਾਲ ਹੀ ਨਾਲ 15 ਅਗਸਤ ਤੱਕ ਸਾਡੀ ਇਨਰੋਲਮੈਂਟ ਫੀਸ ਵੀ ਕੋਈ ਚਾਰਜ ਨਹੀਂ ਹੈਗੀ। ਇੰਡੀਪੈਂਡੈਂਸ ਡੇ ਆਫਰ ਹੈਗਾ, ਉਸ ਤੋਂ ਬਾਅਦ ਚਾਰजेस ਵੀ ਲਿੱਤੇ ਜਾਣਗੇ। ਪਲੱਸ ਲੈਪਟਾਪ ਦੀ ਸਕੀਮ ਫਿਲਹਾਲ ਲਈ ਕਲੋਜ਼ਡ ਕੀਤੀ ਜਾਏਗੀ 15 ਅਗਸਤ ਤੋਂ ਬਾਅਦ। ਜੀ ਜੀ। ਤੇ ਅਮੀ ਜੀ ਪੇਰੈਂਟਸ ਨੂੰ ਤੁਸੀਂ ਕੀ ਗਾਈਡ ਕਰਨਾ ਚਾਹੋਗੇ ਜਿਵੇਂ ਬੱਚੇ ਸਟੱਡੀ ਵੀਜ਼ਾ ਤੇ ਗਏ ਨੇ ਤੇ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਸ ਨੂੰ ਯੂਜ਼ ਕਰਕੇ ਕਿਵੇਂ ਟੂਰਿਸਟ ਵੀਜ਼ਾ ਤੇ ਜਾ ਸਕਦੇ ਨੇ? ਜੀ ਐਸੇ ਬਹੁਤ ਦੇਖੋ ਸਾਨੂੰ ਵੀ ਦਿਨ ਦੇ ਵਿੱਚ ਬਹੁਤ ਸਾਰੇ ਸਵਾਲ ਆਉਂਦੇ ਨੇ। ਹਾਂਜੀ। ਔਰ ਕਿਤੇ ਨਾ ਕਿਤੇ ਪੇਰੈਂਟਸ ਵੀ ਕਨਫਿਊਜ਼ ਰਹਿੰਦੇ ਨੇ ਤੇ ਬੱਚੇ ਵੀ ਕਨਫਿਊਜ਼ ਰਹਿੰਦੇ ਨੇ ਕਿਉਂਕਿ ਨੌਲੇਜ ਜ਼ਿਆਦਾ ਨਹੀਂ ਹੈ। ਇੱਕ ਹੋਰ ਕਾਲ ਹਾਂ ਲੈਣਾ। ਪਲੀਜ਼ ਕਾਲ ਲੈ ਲਓ। ਹੈਲੋ हाँ जी मैडम सत श्री अकाल जी। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸੋ। हाँ जी बलविंदर कौर ਹਾਂਜੀ ਕਿੱਥੋਂ ਗੱਲ ਕਰ ਰਹੇ ਹੋ? पुरानी तो। ਬੁਰਾੜੀ ਤੋਂ। ਕੁਰਾਲੀ ਤੋਂ ਬੋਲ ਰਹੇ ਸ਼ਾਇਦ। ਜੀ ਆਪਣੀ ਜਗ੍ਹਾ ਦੁਬਾਰਾ ਦੱਸੋਗੇ ਜੀ? पुरानी। ਕੁਰਾਲੀ ਤੋਂ। ਹਾਂਜੀ ਹਾਂਜੀ ਆਪਣਾ ਬੋਲੋ ਸਵਾਲ ਪੁੱਛੋ ਜੀ। ਬੋਲੋ। हाँ जी सर मैं ना बेटे का टूरिस्ट वीजा लगवाना था जी कनाडा का। ਟੂਰਿਸਟ ਵੀਜ਼ਾ ਲਗਵਾਉਣਾ ਹੈ, ਓਕੇ। हाँ जी ਕਿੰਨੇ ਸਾਲ ਦਾ ਬੇਟਾ ਤੁਹਾਡਾ? वो अपना जी 32 साल का जी। 32 ਸਾਲ ਦਾ। ਏਜ ਤਾਂ ਬਿਲਕੁਲ ਠੀਕ ਹੈਗੀ। ਟੂਰਿਸਟ ਵੀਜ਼ਾ ਮੈਰਿਡ ਹੈ ਕਿ ਅਨਮੈਰਿਡ ਹੈ? सर एक्चुअली पहला मैरिड सीगा अच्छा। फिर तलाक हो गया। ਅੱਛਾ ਡਾਈਵੋਰਸ ਹੀ ਹੈ। ਤੁਸੀਂ ਕੁਰਾਲੀ ਰਹਿੰਦੇ ਹੋ ਤੇ ਮੁਹਾਲੀ ਕੋਈ ਜ਼ਿਆਦਾ ਦੂਰ ਨਹੀਂ ਹੈਗਾ ਤੁਹਾਡੇ ਉਧਰੋਂ। ਤੇ ਜੇ ਤੁਸੀਂ ਵਿਜ਼ਿਟ ਕਰ ਸਕੋਗੇ ਤੁਹਾਨੂੰ ਬਹੁਤ ਅੱਛੀ ਗਾਈਡੈਂਸ ਹੋ ਜਾਏਗੀ ਕਿਉਂਕਿ ਇਸ ਸਮੇਂ ਟੂਰਿਸਟ ਵੀਜ਼ਾ ਦਾ ਟ੍ਰੈਂਡ ਬਹੁਤ ਵਧੀਆ ਚੱਲ ਰਿਹਾ ਔਰ ਏਜ ਬਿਲਕੁਲ ਸਹੀ ਹੈ ਟੂਰਿਸਟ ਵੀਜ਼ਾ ਲਈ।
ਤੇ ਜੇ ਤੁਸੀਂ ਅਗਰ ਕਰ ਸਕੋ ਵਿਜ਼ਿਟ ਤਾਂ ਬਹੁਤ ਵਧੀਆ ਹੋ ਜਾਏਗਾ, ਨਹੀਂ ਤਾਂ ਮੈਸੇਜ ਤੇ ਛੱਡ ਦਿਓ, ਤੁਹਾਨੂੰ ਬਾਕੀ ਦੀ ਫਾਰਮੈਲਿਟੀ ਦੱਸ ਦੇਣਗੇ ਸਾਡੇ ਕਾਉਂਸਲਰਸ। ਸਰ ਐਕਚੁਅਲੀ ਮੈਂ ਉਹਦੇ ਪੇਪਰ ਤਕਰੀਬਨ ਸਾਰੇ ਤਿਆਰ ਕਰਵਾ ਲਏ, ਜਿਸ ਤਰ੍ਹਾਂ ਦੇਖੋ ਪੇਪਰਸ ਸੁਣੋ ਮੇਰੀ ਗੱਲ, ਹੁਣ ਆਪਾਂ ਪੇਪਰਸ ਦੇ ਬਾਰੇ ਜਿਹੜੀ ਗੱਲ ਹੈਗੀ ਆ ਉਹ ਸ਼ੋਅ ਤੋਂ ਬਾਅਦ ਕਰ ਲਾਂਗੇ। ਤੁਸੀਂ ਜਿਹੜੇ ਵੀ ਪੇਪਰ ਦੇ ਇਸ ਨੰਬਰ ਤੇ WhatsApp ਤੇ ਸ਼ੇਅਰ ਕਰ ਦਿਓ ਤੁਸੀਂ, ਉਸ ਤੇ ਫਿਰ ਤੁਹਾਨੂੰ ਰਿਪਲਾਈ ਆ ਜਾਏਗਾ ਵੀ ਕਿਸ ਤਰ੍ਹਾਂ ਹੋ ਸਕਦਾ ਇਹਨਾਂ ਦਾ। ਓਕੇ ਜੀ ਜੀ ਓਕੇ। ਤੇ ਫੀਸ ਵਗੈਰਾ ਕੀ ਕਿਸ ਤਰ੍ਹਾਂ 15 ਅਗਸਤ ਫੀਸ ਦੇਖੋ 15 ਅਗਸਤ ਤੱਕ ਸਾਡੀ 7500 ਫੀਸ ਚੱਲ ਰਹੀ ਹੈ। 70 7500 ਰੁਪਇਆ। ਅੱਛਾ ਜੀ 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 ਆਪਣਾ ਵਿਜੇ ਜੀ ਹਾਂਜੀ ਹਾਂਜੀ, ਵੀਜ਼ਾ ਪ੍ਰੋਸੈਸਿੰਗ ਦੀ ਫੀਸ 7500 ਰੁਪਏ ਚੱਲ ਰਹੀ ਹੈ। ਬਾਕੀ ਜਿਹੜੇ ਐਮਬੈਸੀ ਦੇ ਚਾਰजेस ਲੱਗਣੇ ਉਹ ਵੱਖਰੇ ਨੇ। ਮੈਸੀ ਦੇ ਚਾਰਜ ਕਿੰਨੇ ਹੈ? ਉਹ 11-12 ਤੱਕ ਚਾਰजेस ਹੁੰਦੇ ਨੇ, ਉਹ ਡਿਪੈਂਡ ਕਰਦਾ ਡਾਲਰ ਦੇ ਰੇਟ ਤੇ ਜੀ। 11,000 ਤੱਕ ਹੈ। ਨਹੀਂ ਉਹ ਫਿਰ ਡਾਲਰਾਂ 'ਚ ਭਰਨੀ ਹੈ ਸਰ? ਨਹੀਂ ਨਹੀਂ, ਤੁਸੀਂ ਡਾਲਰਾਂ 'ਚ ਨਹੀਂ ਭਰਨੀ, ਰੁਪੀਸ 'ਚ ਭਰਨੀ ਹੈ ਤੁਸੀਂ। ਮੈਂ ਤੁਹਾਨੂੰ ਕਹਿ ਰਿਹਾ ਉਹੀ ਕਹਿ ਰਿਹਾ, ਸਾਡਾ ਸਟੱਡੀ ਵੀਜ਼ਾ ਦਾ ਐਕਚੁਅਲੀ ਸ਼ੋਅ ਚੱਲ ਰਿਹਾ ਹੈ, ਤੇ ਜਿਹੜਾ ਵੀ ਤੁਹਾਨੂੰ ਜਾਣਕਾਰੀ ਟੂਰਿਸਟ ਵੀਜ਼ਾ ਤੋਂ ਰਿਲੇਟਡ ਚਾਹੀਦੀ ਹੈ ਨਾ, ਤੁਸੀਂ WhatsApp ਕਰ ਦਿਓ ਇਸ ਨੰਬਰ ਤੇ ਹੈਲੋ ਲਿਖ ਕੇ, ਤੁਹਾਨੂੰ ਸਾਰੀ ਜਾਣਕਾਰੀ ਸਾਡੇ ਕਾਉਂਸਲਰਸ ਦੇ ਦੇਣਗੇ, ਜਾਂ ਫਿਰ ਮੈਨੂੰ ਸ਼ੋਅ ਤੋਂ ਬਾਅਦ ਕਾਲ ਕਰ ਲਿਓ। ਸਰ ਮੈਨੂੰ ਤੁਹਾਡੇ ਤੇ ਹੀ ਵਿਸ਼ਵਾਸ ਜਿਹਾ ਹੈਗਾ, ਮੈਂ ਫੇਸਬੁੱਕ ਤੇ ਸਾਰਾ ਕੁਝ ਦੇਖ ਹਾਂਜੀ ਮੈਮ, ਤੁਸੀਂ ਪਰਸਨਲੀ ਜਾ ਕੇ ਇਹਨਾਂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ। ਮੋਹਾਲੀ ਸੈਕਟਰ 82 ਵਿੱਚ ਇਹਨਾਂ ਦਾ ਆਫਿਸ ਹੈ। 82 ਚ ਹਾਂਜੀ ਸਰ ਬਸ ਮੈਨੂੰ ਤਾਂ ਇਹ ਵੀ ਬੇਟੇ ਦਾ ਪਹਿਲਾਂ ਲਗਵਾਇਆ ਸੀਗਾ, ਉਹ ਵੀ ਰਿਫਿਊਜ਼ਲ ਲੱਗ ਗਈ ਤੇ ਵੀ ਵੀਜ਼ਾ ਮਿਲਣਾ ਚਾਹੀਦਾ ਸਰ ਪਲੀਜ਼। ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ, ਜਦ ਤੱਕ ਮੈਂ ਤੁਹਾਡੇ ਸਾਰੇ ਡਾਕੂਮੈਂਟਸ ਦੇਖ ਨਹੀਂ ਲੈਂਦਾ, ਸਭ ਕੁਝ ਚੈੱਕ ਨਹੀਂ ਕਰਦੇ, ਉਸ ਤੋਂ ਮੈਂ ਤੁਹਾਨੂੰ ਆਨਲਾਈਨ ਕਿਸ ਤਰ੍ਹਾਂ ਇਦਾਂ ਗਲਤ ਸਲਾਹ ਨਹੀਂ ਦੇ ਸਕਦਾ। ਸਾਰੇ ਡਾਕੂਮੈਂਟ ਚੈੱਕ ਕਰਨ ਤੋਂ ਬਾਅਦ ਹੀ ਤੁਹਾਨੂੰ ਕਰਾਂਗਾ, ਜਾਂ ਤਾਂ ਮੈਨੂੰ WhatsApp ਕਰ ਦਿਓ ਜਾਂ ਫਿਰ ਮੈਨੂੰ ਆ ਕੇ ਮਿਲ ਲਓ ਜੀ। ਚਲੋ ਮੈਂ WhatsApp ਕਰ ਤੁਸੀਂ ਨੈਕਸਟ ਜੀ ਬਹੁਤ ਬਹੁਤ ਸ਼ੁਕਰੀਆ ਜੀ। ਤੇ ਸਰ ਅਸੀਂ ਜਿਵੇਂ ਸਵਾਲ ਪੁੱਛਿਆ ਸੀ ਕਿ ਪੇਰੈਂਟਸ ਨੂੰ ਤੁਸੀਂ ਕਿਵੇਂ ਗਾਈਡ ਕਰੋਗੇ ਕਿ ਜਿਹੜੇ ਬੱਚੇ ਸਟੂਡੈਂਟ ਵੀਜ਼ਾ ਤੇ ਗਏ ਨੇ ਤੇ ਉਹਨੂੰ ਯੂਜ਼ ਕਰਕੇ ਕਿਵੇਂ ਜਾ ਸਕਦੇ ਨੇ? ਜੀ ਜੀ ਦੇਖੋ, ਮੈਂ ਉਹੀ ਤੁਹਾਨੂੰ ਕਹਿ ਰਿਹਾ ਸੀ, ਕਲੈਰਿਟੀ ਨਾ ਤਾਂ ਪੇਰੈਂਟਸ ਨੂੰ ਹੈ ਨਾ ਸਟੂਡੈਂਟ ਨੂੰ ਹੈ ਜੀ। ਦੇਖੋ ਸਟੂਡੈਂਟ ਕੋਈ ਵੀ ਗਿਆ, ਕਿੰਨੇ ਵੀ ਸਮੈਸਟਰ ਹੋ ਗਏ, ਮੰਨ ਲਓ 1 ਸਮੈਸਟਰ ਹੋ ਗਿਆ, 2 ਸਮੈਸਟਰ ਹੋ ਗਿਆ, ਕਦੇ ਵੀ ਕਾਲਜ ਅਥਾਰਟੀ ਨਹੀਂ ਦੇਗਾ ਕਿ ਉਹ ਪੇਰੈਂਟਸ ਨੂੰ ਮਿਲਣ। ਇਹ ਸਟੂਡੈਂਟ ਨੇ ਖੁਦ ਡਿਸਾਈਡ ਕਰਨਾ ਜੀ, ਖੁਦ ਲੈਟਰ ਭੇਜਣੀ ਹੈ, ਐਫੀਡੇਵਿਟ ਉੱਥੋਂ ਬਣ ਸਕਦਾ ਜੀ, ਉਹ ਬਣਾ ਕੇ ਇੱਕ ਇਨਵੀਟੇਸ਼ਨ ਭੇਜ ਸਕਦਾ, ਬਟ ਉਹ ਇਨਵੀਟੇਸ਼ਨ ਸਪਾਂਸਰ ਨਹੀਂ ਹੋਏਗੀ ਕਿਉਂਕਿ ਸਟੂਡੈਂਟ ਹਲੇ ਖੁਦ ਉਹਦਾ PR ਦਾ ਸਟੇਟਸ ਨਹੀਂ ਹੈ, ਕਿ PR ਦੇ ਸਟੇਟਸ ਵਾਲਾ ਹੀ ਜਿਹਨੂੰ 2-3 ਸਾਲ ਹੋ ਚੁੱਕੇ ਆ, ਉਹ ਖੁਦ ਹਜੇ ਸਟੇਬਲ ਨਹੀਂ ਹੈ। ਹਾਂ ਖੁਦ ਹਲੇ ਉਹ ਨਹੀਂ ਹੈਗਾ। ਸੋ ਉਹ ਕੁਝ ਰੀਜ਼ਨ ਬਣਾ ਕੇ ਕਿ ਮੈਂ ਆਪਣੇ ਪੇਰੈਂਟਸ ਨਾਲ ਇੱਥੇ ਮਿਲਣਾ ਚਾਹੁੰਦਾ, ਜਾਂ ਉਹਨਾਂ ਨੂੰ ਆਪਣਾ ਲਾਈਫ ਸਟਾਈਲ ਦਿਖਾਉਣਾ ਚਾਹੁੰਦਾ, ਜਾਂ ਫਿਰ ਉਹ ਮੈਂ ਮਿਲਣਾ ਚਾਹੁੰਦਾ, ਇਹ 3-4 ਜੋ ਵੀ ਹੁੰਦਾ ਹੈਗਾ ਐਕਸਕਿਊਜ਼, ਤਾਂ ਉਹ ਦੇ ਕੇ ਉਹ ਮਿਲਣ ਲਈ ਉਹਨਾਂ ਨੂੰ ਇਨਵੀਟੇਸ਼ਨ ਭੇਜ ਸਕਦਾ। ਬਟ ਕਾਲਜ ਵੱਲੋਂ ਕੁਝ ਵੀ ਨਹੀਂ ਹੋਣਾ, ਡਾਇਰੈਕਟ ਤੁਹਾਡੇ ਇਹ ਸਾਰਾ ਜਿਹੜਾ ਵੀਜ਼ਾ ਤੁਹਾਨੂੰ ਮਿਲਣਾ ਇਹ ਪੇਰੈਂਟਸ ਦੇ ਫਾਈਨੈਂਸ਼ੀਅਲਸ ਤੇ ਡਿਪੈਂਡ ਕਰੇਗਾ। ਯਾਨੀ ਕਿ ਇਹ ਇੱਕ ਟੂਰਿਸਟ ਵੀਜ਼ਾ ਹੈਗਾ, ਇਹਨੂੰ ਕੋਈ ਇਹ ਨਾ ਸਮਝਿਆ ਜਾਏ ਕਿ ਉਹ ਇਨਵੀਟੇਸ਼ਨ ਦੇਣਗੇ ਤਾਂ 100% ਸਾਨੂੰ ਵੀਜ਼ਾ ਲੱਗ ਹੀ ਜਾਏਗਾ। ਬਾਕੀ ਰਹੀ ਗੱਲ ਕਨਵੋਕੇਸ਼ਨ ਦੀ, ਕਨਵੋਕੇਸ਼ਨ ਜੇ ਹੈਗੀ ਹੈ ਫਿਰ ਜ਼ਰੂਰ ਤੁਹਾਨੂੰ ਕਾਲਜ ਵੱਲੋਂ ਕੋਈ ਲੈਟਰ ਮਿਲ ਸਕਦਾ, ਉਹ ਤੁਹਾਨੂੰ ਥੋੜਾ ਜਿਹਾ ਬੈਨੀਫਿਟ ਹੋ ਜਾਂਦਾ, ਬਟ ਸਟਿਲ ਤੁਹਾਡੇ ਫਾਈਨੈਂਸ਼ੀਅਲਸ ਵੀ ਮੈਟਰ ਕਰਨਗੇ। ਤੁਹਾਡੇ ਫਾਈਨੈਂਸ਼ੀਅਲ ਕਿਸ ਤਰ੍ਹਾਂ ਦੇ ਹੈਗੇ ਆ, ਪੇਰੈਂਟਸ ਦੀ ਟਰੈਵਲ ਹਿਸਟਰੀ ਕਿਸ ਤਰ੍ਹਾਂ ਹੈਗੀ, ਯਾਨੀ ਕਿ ਜਿਸ ਤਰ੍ਹਾਂ ਹੁਣੇ ਸਾਨੂੰ ਕਾਲ ਆਇਆ ਸੀਗਾ ਕਿ ਟੂਰਿਸਟ ਵੀਜ਼ਾ ਦੇ ਸੇਮ ਹੀ ਕੇਸ ਰਹੇ, ਸੇਮ ਹੀ ਪ੍ਰੋਸੀਜਰ ਰਹੇਗਾ, ਬਟ ਇੱਕ ਤੁਹਾਡੇ ਕੋਲ ਐਕਸਕਿਊਜ਼ ਹੈਗਾ ਕਿ ਮੈਂ ਆਪਣੇ ਬੱਚੇ ਨੂੰ ਮਿਲਣ ਜਾਣਾ, ਇਸ ਤੋਂ ਵੱਧ ਕੁਝ ਨਹੀਂ ਹੈ। ਬਟ ਵੀਜ਼ਾ ਦੇ ਚਾਂਸਸ ਉਹੀ ਰਹਿਣਗੇ ਜਿਹੜੇ ਕਿ ਨਾਰਮਲ ਟੂਰਿਸਟ ਵੀਜ਼ਾ ਵਾਲੇ ਦੇ ਹੁੰਦੇ ਆ। ਹਾਂਜੀ, ਤੇ ਜਿਹੜੇ ਇੱਕ ਆ ਸਵਾਲ ਜਿਹੜੇ ਬੱਚੇ ਕਾਫੀ ਪੁੱਛਦੇ ਨੇ ਕਿ ਸਾਡੇ ਜਿਹੜੇ ਰਿਫਿਊਜ਼ਲ ਦਾ ਬੇਸਿਕ ਰੀਜ਼ਨ ਕੀ ਹੈ, ਸਾਨੂੰ ਜੇ ਪਤਾ ਲੱਗ ਜਾਏ ਤੇ ਅਸੀਂ ਉਸ ਤੇ ਵਰਕ ਕਰੀਏ ਤੇ ਸਾਡੇ ਰਿਫਿਊਜ਼ਲਸ ਘੱਟੋ ਘੱਟ ਆਉਣ। ਜੀ ਦੇਖੋ ਰਿਫਿਊਜ਼ਲ ਦੇ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਜਿਹੜੇ ਟਿਪਸ ਦੇਣਾ ਉਹੀ ਰਿਫਿਊਜ਼, ਜੇ ਉਹ ਨਹੀਂ ਫੋਲੋ ਕਰਦੇ ਤਾਂ ਰਿਫਿਊਜ਼ਲ ਦੇ ਰੀਜ਼ਨ ਬਣ ਜਾਂਦੇ ਨੇ ਜੀ। ਹੁਣ ਕੋਰਸ ਦੀ ਰੈਲੇਵੈਂਸੀ ਦੀ ਅਸੀਂ ਗੱਲ ਕੀਤੀ ਸੀ, ਹੁਣ ਸਟੂਡੈਂਟ ਕਹਿੰਦਾ ਮੈਨੂੰ ਪਾਰਟਿਕੂਲਰ ਕੋਰਸ ਇਹੀ ਚਾਹੀਦਾ, ਹੁਣ ਸਾਡੇ ਨਾਲ ਤਾਂ ਡੇਲੀ ਇਸ ਤਰ੍ਹਾਂ ਹੁੰਦਾ ਰਹਿੰਦਾ, ਉਹਦੇ ਲਈ ਕਰਕੇ ਬਹੁਤ ਸਾਰਾ ਸਾਡਾ ਬਿਜ਼ਨਸ ਵੀ ਲੂਜ਼ ਹੋ ਜਾਂਦਾ, ਬਟ ਸਾਨੂੰ ਉਸ ਚੀਜ਼ ਦੀ ਕੋਈ ਪਰਵਾਹ ਨਹੀਂ ਹੈ। ਸਟੂਡੈਂਟ ਨੂੰ ਕੋਰਸ ਦੇਣਾ ਤਾਂ ਉਹੀ ਦੇਣਾ ਹੈ ਜਿਹਦੇ ਨਾਲ ਉਹਦਾ ਵੀਜ਼ਾ ਆਣਾ, ਬਟ ਸਟੂਡੈਂਟ ਕਈ ਵਾਰ ਰਿਲੈਕਟੈਂਟ ਹੋ ਜਾਂਦਾ। ਦੂਸਰੀ ਜਿਹੜੀ ਗੱਲ ਹੁੰਦੀ ਹੈ ਜਗ੍ਹਾ ਨੂੰ ਲੈ ਕੇ, ਸੇ ਜਗ੍ਹਾ ਦਾ ਵੀ ਬਹੁਤ ਵੱਡਾ ਮੈਟਰ ਹੈਗਾ, ਕਾਲਜ ਦਾ ਮੈਟਰ ਹੈਗਾ। ਹੁਣ ਸਟੂਡੈਂਟ ਕਹਿੰਦਾ ਮੈਂ ਆਪਣੇ ਫਲਾਣੇ ਰਿਸ਼ਤੇਦਾਰ ਕੋਲ ਹੀ ਜਾਣਾ, ਜਾਂ ਫਿਰ ਮੇਰਾ ਬ੍ਰਦਰ ਉੱਥੇ ਹੈਗਾ ਉਹਦੇ ਕੋਲ ਹੀ ਜਾਣਾ, ਸੋ ਉਹ ਚੀਜ਼ਾਂ ਨਹੀਂ ਚੱਲਦੀਆਂ। ਕੈਨੇਡਾ ਦਾ ਵੀਜ਼ਾ ਲੈਣਾ ਕੋਈ ਹੁਣ ਮਾਮੂਲੀ ਗੱਲ ਨਹੀਂ ਰਹੀ, ਅੱਜ ਤੋਂ 5 ਸਾਲ ਪਹਿਲੇ ਸਿਚੁਏਸ਼ਨ ਕੋਈ ਹੋਰ ਸੀਗੀ, ਅੱਜ ਸਿਚੁਏਸ਼ਨ ਕੁਝ ਹੋਰ ਹੈ, ਬਹੁਤ ਸਾਰੀ ਚੀਜ਼ਾਂ ਦੇਖਣੀਆਂ ਪੈਂਦੀਆਂ। ਬੇਸਿਕ ਜਿਹੜੀ ਹੈਗੀ ਤੁਹਾਡੀ, ਜਿਹੜਾ ਮੈਂ ਦੱਸਿਆ ਤੁਹਾਨੂੰ ਕੋਰਸ ਦਾ ਰੈਲੇਵੈਂਸੀ ਦਾ ਮੈਟਰ ਹੁੰਦਾ, ਜੇ ਉਹੀ ਤੁਹਾਡਾ ਗਲਤ ਹੋ ਗਿਆ ਤਾਂ ਉਸ ਤੋਂ ਬਾਅਦ ਕੋਈ ਚਾਂਸਿਸ ਨਹੀਂ ਰਹਿੰਦੇ, ਤੁਹਾਨੂੰ ਰਿਫਿਊਜ਼ਲ ਮਿਲਣਾ ਹੀ ਮਿਲਣਾ। ਜਿਹੜੀ ਬੇਸਿਕ ਚੀਜ਼ਾਂ ਦਾ ਹੋਰ ਦਾ ਤੁਸੀਂ ਖਿਆਲ ਰੱਖ ਸਕਦੇ ਹੋ, ਆਪਣੇ ਡਾਕੂਮੈਂਟਸ ਨਾਲ ਕਲੈਰਿਟੀ ਰੱਖੋ। ਅੱਜ ਦੀ ਡੇਟ ਦੇ ਵਿੱਚ ਐਸੀ ਚੀਜ਼ਾਂ ਤੇ ਵੀ ਸਾਨੂੰ ਰਿਫਿਊਜ਼ਲ ਦੇਖਣ ਨੂੰ, ਜੇ ਕਿਸੇ ਅਨਾੜੀ ਏਜੰਟ ਕੋਲ ਤੁਸੀਂ ਚਲੇ ਗਏ ਜਿਹਨੂੰ ਇੰਨਾ ਕੰਮ ਦਾ ਨਹੀਂ ਪਤਾ, ਤਾਂ ਤੁਹਾਡੇ ਡਾਕੂਮੈਂਟਸ ਵੀ ਜੇ ਪ੍ਰੋਪਰ ਸਕੈਨਡ ਨਹੀਂ ਹੈ, ਅੱਜ ਐਮਬੈਸੀ ਕੋਲ ਇੰਨਾ ਟਾਈਮ ਨਹੀਂ ਕਿ ਤੁਹਾਨੂੰ ਮੇਲ ਕਰੇਗੀ, ਜਾਂ ਮੇਲ ਕਰੇਗੀ ਤਾਂ ਉਹ ਜ਼ਰੂਰੀ ਨਹੀਂ ਕਿ ਤੁਸੀਂ ਪੜੋ ਮੇਲ, ਜਾਂ ਫਿਰ ਤੁਹਾਡਾ ਏਜੰਟ ਪੜ੍ਹੇ, ਕਿਉਂਕਿ ਬਹੁਤ ਸਾਰੀ ਲਾਪਰਵਾਹੀ ਵੀ ਚੱਲਦੀ ਇਸ ਕੰਮ ਦੇ ਵਿੱਚੋਂ। ਡਾਕੂਮੈਂਟਸ ਵੀ ਤੁਹਾਡੇ ਸਕੈਨ ਨਹੀਂ ਹੈਗੇ ਪ੍ਰੋਪਰਲੀ, ਕਟੇ ਫਟੇ ਗਏ ਸਾਈਡ ਤੋਂ, ਪ੍ਰੋਪਰ ਨਹੀਂ ਆਇਆ, ਤਾਂ ਉਸ ਦੇ ਬੇਸ ਤੇ ਵੀ ਤੁਹਾਨੂੰ ਵੀਜ਼ਾ ਰਿਫਿਊਜ਼ ਹੋ ਸਕਦਾ। ਸੋ ਛੋਟੀ ਛੋਟੀ ਚੀਜ਼ਾਂ ਦਾ ਵੀ ਤੁਹਾਨੂੰ ਧਿਆਨ ਰੱਖਣਾ ਜੀ, ਸਾਰੀ ਚੀਜ਼ਾਂ ਤੁਹਾਨੂੰ ਮੈਟਰ ਕਰਨਗੀਆਂ। ਸੋ ਡਾਕੂਮੈਂਟਸ
ਦੀ ਕਲੈਰਿਟੀ ਚਾਹੀਦੀ ਹੈ, ਤੁਹਾਡੇ ਕੋਰਸ ਦੀ ਕਲੈਰਿਟੀ ਚਾਹੀਦੀ ਹੈ, ਤੁਹਾਡੇ SOP ਦੀ ਕਲੈਰਿਟੀ ਚਾਹੀਦੀ ਹੈ, ਤੁਹਾਡੇ ਕਾਲਜ ਦੀ ਕਲੈਰਿਟੀ ਚਾਹੀਦੀ ਹੈ। ਇਹ ਜਦੋਂ ਸਾਰੀ ਚੀਜ਼ਾਂ ਦੇ ਵਿੱਚ ਕਲੈਰਿਟੀ ਰਹੇਗੀ, ਤੁਹਾਡੇ ਫਾਈਨੈਂਸ਼ੀਅਲ ਅੱਛੇ ਲੱਗੇ ਹੋਣਗੇ ਤਾਂ ਜਾ ਕੇ ਤੁਹਾਨੂੰ ਵੀਜ਼ਾ ਮਿਲੇਗਾ। ਜੇ ਤੁਹਾਡੇ ਕੋਲ ਫਾਈਨੈਂਸ਼ੀਅਲ ਨਹੀਂ ਹੈਗੇ, ਫੇਕ ਫਾਈਨੈਂਸ਼ੀਅਲਸ ਵੱਲ ਨਹੀਂ ਜਾਣਾ ਚਾਹੀਦਾ। SDS ਕੇਸ ਦੇ ਵਿੱਚ ਤੁਸੀਂ ਆਪਣੀ GIC ਪੇ ਕਰਕੇ ਔਰ ਆਪਣੇ ਫਾਈਨੈਂਸ਼ੀਅਲ ਸ਼ੋਅ ਕਰਨ ਦੀ ਕੋਈ ਇੰਨੀ ਜ਼ਰੂਰਤ ਨਹੀਂ ਹੁੰਦੀ। ਜੇ ਹੈਗੇ ਆ ਤਾਂ ਸ਼ੋਅ ਕਰੋ, ਜੇ ਨਹੀਂ ਹੈਗੇ ਆ ਤਾਂ ਉਹਨੂੰ ਅਵੋਇਡ ਕਰੋ ਕੋਈ ਫੇਕ ਡਾਕੂਮੈਂਟਸ ਲਗਾਉਣ ਤੋਂ। ਸੋ ਇਹ ਸਭ ਚੀਜ਼ਾਂ ਛੋਟੀ ਛੋਟੀ ਚੀਜ਼ਾਂ ਦਾ ਧਿਆਨ ਰੱਖ ਕੇ, ਯਾਨੀ ਕਿ ਬੇਸਿਕ ਸਾਰੇ ਆਪਣੇ ਕਲੀਅਰ ਰੱਖੋ ਤਾਂ ਡੈਫੀਨਿਟਲੀ ਸਕਸੈਸ ਮਿਲੇਗੀ ਔਰ ਵੀਜ਼ਾ ਰਿਜੈਕਸ਼ਨ ਦੇ ਚਾਂਸਿਸ ਜਿਹੜੇ ਘਟਦੇ ਜਾਣਗੇ ਤੁਹਾਡੇ। ਜੀ ਤੇ ਜਿਨ੍ਹਾਂ ਦੇ ਵੀਜ਼ਾਸ ਰਿਫਿਊਜ਼ ਹੋ ਚੁੱਕੇ ਨੇ ਉਹਨਾਂ ਦੇ ਰੀਫਾਈਲਿੰਗ ਦੀ ਕੀ ਪੋਸਿਬਿਲਿਟੀ ਹੈ, ਮਤਲਬ ਐਮਬੈਸੀ ਉਸ ਨੂੰ ਕਿਸ ਤਰ੍ਹਾਂ ਦਾ ਲੈਂਦੀ ਹੈ? ਜੀ ਦੇਖੋ, ਕੈਨੇਡਾ ਦੀ ਐਮਬੈਸੀ ਇੱਕ ਐਸੀ ਐਮਬੈਸੀ ਹੈ, ਇਹ ਪ੍ਰੈਕਟੀਕਲ ਚੀਜ਼ਾਂ ਨੇ, ਕੋਈ ਹਵਾ ਦੇ ਵਿੱਚ ਚੀਜ਼ਾਂ ਨਹੀਂ ਹੈ। ਅਸੀਂ ਵੀ ਪ੍ਰੈਕਟੀਕਲ ਦੇਖਦੇ ਰਹਿੰਦੇ, ਰੋਜ਼ ਹੀ ਸਾਡੇ ਨਾਲ ਹੁੰਦਾ ਰਹਿੰਦਾ। ਹਾਂਜੀ, ਜੇ 6 ਵਾਰ ਵੀ ਰਿਫਿਊਜ਼ ਹੋਇਆ ਵੀਜ਼ਾ ਕਿਸੇ ਦਾ, ਕੈਨੇਡਾ ਦੀ ਐਮਬੈਸੀ ਉਹਨੂੰ ਵੀ ਵੀਜ਼ਾ ਦਿੰਦੀ ਹੈ ਜੇ ਤੁਸੀਂ ਤਰੀਕੇ ਨਾਲ ਫਾਈਲ ਲਗਾਓਗੇ। ਹੁਣ ਐਮਬੈਸੀ ਕਿਸ ਤਰ੍ਹਾਂ ਵਰਕ ਕਰਦੀ ਹੈ ਤਾਂ ਅੱਜ ਤੱਕ ਕਿਸੇ ਨੂੰ ਨਹੀਂ ਪਤਾ। ਰਿਫਿਊਜ਼ਲ ਕਿਸ ਬੇਸ ਤੇ ਆਉਂਦੀ ਹੈ ਕਿਸੇ ਨੂੰ ਨਹੀਂ ਪਤਾ। ਅਗਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਉਹਦੇ ਵਿੱਚ ਕਲੀਅਰ ਕੱਟ 10 12 15 ਪੇਜਾਂ ਦਾ ਇੱਕ ਤੁਹਾਨੂੰ ਨੋਟ ਮਿਲੇਗਾ ਜਿਹਦੇ ਵਿੱਚ ਹਰ ਚੀਜ਼ ਤੁਹਾਨੂੰ ਕਲੀਅਰ ਹੋਏਗੀ ਕਿ ਕਿਉਂ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ। ਬਟ ਕੈਨੇਡਾ ਦੀ ਐਮਬੈਸੀ ਇਸ ਤਰ੍ਹਾਂ ਦੀ ਕੋਈ ਵੀ ਯਾਨੀ ਕਿ ਕਲੀਅਰ ਪਿਕਚਰ ਨਹੀਂ ਦਿੰਦੀ, ਸਭ ਨੂੰ ਤਕਰੀਬਨ ਸੇਮ ਹੀ ਰੀਜ਼ਨ ਲੱਗ ਕੇ ਆਉਂਦੇ ਨੇ। ਬਟ ਇੱਕ ਜਿਹੜੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਰਿਫਿਊਜ਼ਲ ਤੋਂ ਚਾਹੇ ਟੂਰਿਸਟ ਵੀਜ਼ਾ ਹੋਏ ਚਾਹੇ ਉਹ ਸਟੱਡੀ ਵੀਜ਼ਾ ਹੋਏ, ਤੁਹਾਨੂੰ ਵੀਜ਼ਾਸ ਮਿਲਦੇ ਨੇ। ਅਸੀਂ ਐਸੇ ਵੀ ਕੇਸ ਦੇਖੇ ਨੇ ਕਿ ਅੱਜ ਰਿਫਿਊਜ਼ ਹੋ ਕੇ ਆਇਆ ਔਰ ਫਾਈਲ ਲੌਜ ਕੀਤੀ ਹੈ, ਵਿਦਿਨ 15 ਡੇਜ਼ ਵੀਜ਼ਾ ਮਿਲਿਆ, ਬੋਥ ਟੂਰਿਸਟ ਵੀ ਔਰ ਸਟੱਡੀ ਵੀਜ਼ਾ ਵੀ। ਸੋ ਜਿਨ੍ਹਾਂ ਦੇ ਰਿਫਿਊਜ਼ ਹੋ ਚੁੱਕੇ ਹਨ ਉਹਨਾਂ ਨੂੰ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਕਿ ਐਂਡ ਆਫ ਦਾ ਰੋਡ ਹੋ ਗਿਆ। ਨਹੀਂ, ਅਗਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਦਮ ਹੈਗਾ, SDS ਪ੍ਰੋਫਾਈਲ ਸੀਗੀ, ਦੁਬਾਰਾ ਲਗਾਓ। ਹਾਂ, ਜੇ ਨੋਨ SDS ਪ੍ਰੋਫਾਈਲ ਸੀਗੀ ਤਾਂ ਸੇਮ ਪ੍ਰੋਫਾਈਲ ਦੁਬਾਰਾ ਲਗਾਉਣ ਦਾ ਕੋਈ ਯੂਜ਼ ਨਹੀਂ ਹੈਗਾ, ਉਹਦੇ ਵਿੱਚ ਆਪਣੇ ਪੈਸੇ ਖਰਾਬ ਕਰੋਗੇ। PT ਤੇ ਤੁਹਾਡੀ 2-3 ਵਾਰ ਫਾਈਲ ਰਿਫਿਊਜ਼ ਹੈਗੀ, ਕੋਈ ਫਾਇਦਾ ਨਹੀਂ ਹੈ। ਉਹਨੂੰ ਇੰਪਰੂਵ ਕਰਕੇ ਜੇ IELTS ਕਰ ਸਕਦੇ ਹੋ ਤਾਂ ਹੋ ਸਕਦਾ ਹੈ। ਜੇ +2 ਦੇ ਵਿੱਚ ਤੁਹਾਡਾ ਸਕੋਰ ਬੜਾ ਘੱਟ ਸੀਗਾ, ਜਿਸ ਤਰ੍ਹਾਂ 49% ਦੀ ਗੱਲ ਚੱਲ ਰਹੀ ਸੀ, ਉਸ ਤੇ ਰਿਫਿਊਜ਼ ਆ ਗਿਆ ਤਾਂ ਦੁਬਾਰਾ ਲਗਾ ਕੇ ਕੋਈ ਫਾਇਦਾ ਨਹੀਂ। ਤੁਸੀਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰੋ, ਉਹਦੇ ਵਿੱਚ ਅੱਛੇ ਮਾਰਕਸ ਲਓ, ਫਿਰ ਦੁਬਾਰਾ ਫਾਈਲ ਲਗਾਓ। ਯਾਨੀ ਕਿ ਫਾਈਲ ਇਹ ਨਹੀਂ ਕਿ ਤੁਸੀਂ ਦੁਬਾਰਾ ਰੀਲੌਜ ਉਹਨੂੰ ਕਰਦੇ ਜਾਓਗੇ ਤਾਂ ਕਦੇ ਵੀਜ਼ਾ ਮਿਲ ਜਾਏਗਾ, ਐਸਾ ਕੁਝ ਨਹੀਂ ਹੈ। ਫਾਈਲ ਦੇ ਵਿੱਚ ਕੁਝ ਚੇਂਜਸ ਹੋਣਗੀਆਂ, ਕੁਝ ਐਮਬੈਸੀ ਨੂੰ ਲੱਗੂਗਾ ਕਿ ਕੁਝ ਚੇਂਜਸ ਹੈਗੀਆਂ ਔਰ ਹੁਣ ਸਟੂਡੈਂਟ ਐਲੀਜੀਬਲ ਹੈਗਾ ਤਾਂ ਹੀ ਤੁਹਾਨੂੰ ਵੀਜ਼ਾ ਮਿਲ ਸਕਦਾ। ਤਾਂ ਡੈਫੀਨੇਟਲੀ ਇਸ ਕੇਸ ਵਿੱਚ ਵੀਜ਼ਾ ਤੁਹਾਨੂੰ ਰੀਅਪਲਾਈ ਕੇਸ ਦੇ ਵਿੱਚ ਮਿਲਦਾ, ਬਟ ਤਰੀਕੇ ਦੇ ਨਾਲ ਫਾਈਲ ਦੁਬਾਰਾ ਲੱਗੀ ਹੋਈ ਤਾਂ ਹੀ। ਜੀ, ਤੇ ਇੱਕ ਹੋਰ ਵੱਡਾ ਸਵਾਲ ਇਹ ਹੈ ਕਿ ਐਜੂਕੇਸ਼ਨ ਲੋਨ ਲੈਣ ਤੋਂ ਬਾਅਦ ਵੀ ਵੀਜ਼ਾ ਆ ਸਕਦਾ, ਕਿਉਂਕਿ ਐਜੂਕੇਸ਼ਨ ਲੋਨ ਲੈ ਰਹੇ ਹੋ ਤੇ ਆਬਵੀਅਸਲੀ ਤੁਸੀਂ ਜਿਹੜੇ ਫਾਈਨੈਂਸ਼ੀਅਲੀ ਤੁਸੀਂ ਸਾਊਂਡ ਨਹੀਂ ਹੈਗੇ, ਕਿ ਉਸ ਤੋਂ ਬਾਅਦ ਵੀ ਵੀਜ਼ਾ ਆਉਣ ਦੇ ਚਾਂਸਸ ਹੈਗੇ ਤੁਹਾਡੇ? ਜੀ ਦੇਖੋ, ਇਸ ਚੀਜ਼ ਦੀ ਬਹੁਤ ਲੋਕਾਂ ਨੂੰ ਕਨਫਿਊਜ਼ਨ ਹੈਗੀ ਹੈ ਕਿ ਇੱਕ ਤਰਫ ਤਾਂ ਤੁਸੀਂ ਕਹਿੰਦੇ ਕਿ ਫਾਈਨੈਂਸ਼ੀਅਲੀ ਸਾਊਂਡ ਹੋਣੇ ਚਾਹੀਦੇ ਹੋ, ਦੂਸਰੀ ਤਰਫ ਤੁਸੀਂ ਲੋਨ ਲੈ ਰਹੇ ਹੋ। ਸੋ ਇਹਦੇ ਵਿੱਚ ਕੋਈ ਗਲਤ ਨਹੀਂ ਹੈ। ਬਹੁਤ ਸਾਡੇ ਨਾਲ ਤਾਂ ਚਲੋ ਰੋਜ਼ ਹੀ ਪ੍ਰੈਕਟੀਕਲੀ ਇਹ ਚੀਜ਼ਾਂ ਹੁੰਦੀਆਂ ਹੀ ਨੇ। ਸਟੂਡੈਂਟ ਲੋਨ ਲੈ ਕੇ, ਦੇਖੋ ਇੱਕ ਫਾਈਨੈਂਸ਼ੀਅਲੀ ਸਾਊਂਡ ਇਕੱਲਾ ਕੈਸ਼ ਦੇ ਨਾਲ ਨਹੀਂ ਹੁੰਦਾ। ਬੱਚਾ GIC ਜਮ੍ਹਾਂ ਕਰਾ ਰਿਹਾ, ਸਭ ਕੁਝ ਕਰਾ ਰਿਹਾ, ਉਹਦੇ ਬੈਕਅਪ ਦੇ ਵਿੱਚ ਕੀ ਹੈਗਾ ਕਿ ਉਹਦੇ ਕੋਲ ਇੰਨੇ ਪ੍ਰਾਪਰਟੀ ਹੈਗੀ ਹੈ, ਹੋ ਸਕਦਾ ਉਹਦੇ ਕੋਲ ਕਰੋੜਾਂ ਦੀ ਪ੍ਰਾਪਰਟੀ ਹੈ, ਬਟ ਪ੍ਰਾਪਰਟੀ ਵੇਚ ਕੇ ਤਾਂ ਆਪਣੇ ਬੱਚੇ ਨੂੰ ਨਹੀਂ ਭੇਜੇਗਾ। ਉਹਨੇ ਐਜੂਕੇਸ਼ਨ ਲੋਨ ਲਿੱਤਾ ਹੈ, ਯਾਨੀ ਕਿ ਉਹਦੇ ਪੇਰੈਂਟਸ ਦੀ ਪ੍ਰੋਫਾਈਲ ਦੇ ਵਿੱਚ ਇੰਨਾ ਕੁ ਦਮ ਹੈਗਾ ਕਿ ਉਹਨੂੰ ਕੋਈ ਬੈਂਕ ਲੋਨ ਦੇਣ ਨੂੰ ਤਿਆਰ ਹੈ। ਸੋ ਇਹ ਇੱਕ ਪਲੱਸ ਪੁਆਇੰਟ ਲੈਂਦੀ ਹੈ ਐਮਬੈਸੀ ਹਮੇਸ਼ਾ। ਸੋ ਐਜੂਕੇਸ਼ਨ ਲੋਨ ਲੈਣ ਦੇ ਵਿੱਚ ਕੋਈ ਹਰਜ ਨਹੀਂ, ਉਹ ਪਤਾ ਹੈ ਕਿ ਕਿਸ਼ਤਾਂ ਵੀ ਉਤਾਰ ਰਹੇ। ਸੋ ਉਹਨਾਂ ਦੀ ਫਾਈਨੈਂਸ਼ੀਅਲ ਸਟੇਬਿਲਿਟੀ ਇੰਨੀ ਹੈਗੀ ਕਿ ਕਿਸ਼ਤਾਂ ਵੀ ਦੇਣਗੇ, ਸਾਰਾ ਲੋਨ ਵੀ ਖਤਮ ਕਰਨਗੇ, ਉਹਨਾਂ ਨੂੰ ਲੋਨ ਮਿਲ ਵੀ ਗਿਆ। ਸੋ ਪੋਜ਼ਿਟਿਵ ਹੀ ਜਾਏਗਾ, ਪੁਆਇੰਟ ਉਹ ਨੈਗੇਟਿਵ ਨਹੀਂ ਜਾਏਗਾ। ਜੀ, ਤੇ ਇੱਕ ਸਵਾਲ ਆਸਟ੍ਰੇਲੀਆ ਸਟੱਡੀ ਵੀਜ਼ਾ ਤੇ ਵੀ ਕਰਨਾ ਚਾਹੁੰਦੇ। ਵੈਸੇ ਤਾਂ ਅਸੀਂ ਇੱਕ ਪੂਰਾ ਪ੍ਰੋਗਰਾਮ ਆਸਟ੍ਰੇਲੀਆ ਸਟੱਡੀ ਵੀਜ਼ਾ ਤੇ ਕਰਾਂਗੇ, ਪਰ ਇਹ ਸਵਾਲ ਇਹ ਹੈ ਕਿ ਕਿਸ ਸਟੂਡੈਂਟ ਦੀ ਫਾਈਲ ਆਸਟ੍ਰੇਲੀਆ ਵਿੱਚ ਲੱਗ ਸਕਦੀ ਹੈ, ਕਿ ਤੇ ਬੈਟਰ ਕੀ ਆਪਸ਼ਨ ਹੈ, ਆਸਟ੍ਰੇਲੀਆ ਜਾਂ ਫਿਰ ਕੈਨੇਡਾ? ਜੀ, ਮੈਂ ਦੋਨਾਂ ਸਵਾਲਾਂ ਦਾ ਜਵਾਬ ਦੇ ਦਿੰਦਾ। ਹਾਂਜੀ, ਦੇਖੋ ਆਸਟ੍ਰੇਲੀਆ ਅੱਜ ਦੇ ਹੁਣੇ ਮੈਂ ਤੁਹਾਡੇ ਨਾਲ ਗੱਲ ਕੀਤੀ ਕਿ ਆਸਟ੍ਰੇਲੀਆ ਬੜਾ ਕ੍ਰਿਸਟਲ ਕਲੀਅਰ ਰਹਿੰਦਾ ਜੇ ਇੱਥੇ ਰਿਫਿਊਜ਼ਲ ਦੀ ਵੀ ਗੱਲ ਆ ਜਾਂਦੀ ਹੈ। ਹਾਂਜੀ, ਸੋ ਜਦੋਂ ਰਿਫਿਊਜ਼ਲ ਦੇ ਵਿੱਚ ਉਹ ਇੰਨਾ ਕਲੀਅਰ ਹੈ ਤਾਂ ਐਪਲੀਕੇਸ਼ਨ ਦੇ ਵਿੱਚ ਸੋਚੋ ਕਿੰਨਾ ਕਲੀਅਰਿਟੀ ਹੋਣੀ ਉਹਨਾਂ ਦੀ। ਜੀ, ਕੈਨੇਡਾ ਦੇ ਵਿੱਚ ਚੱਲ ਜਾਂਦਾ ਹੈ ਕਿ ਗੈਪ ਵੀ ਚੱਲ ਜਾਂਦਾ ਹੈ, ਉਹਦੇ ਵਿੱਚ ਦੇ ਨੰਬਰ ਘੱਟ ਵੀ ਹੈਗੇ ਆ, PT ਵੀ ਚੱਲ ਜਾਂਦੀ ਹੈ। ਚਲੋ PT ਤਾਂ ਆਸਟ੍ਰੇਲੀਆ ਦੇ ਵਿੱਚ ਵੀ ਚੱਲਦੀ ਹੈ, ਬਟ ਜਿਹੜੀ ਮੇਨ ਚੀਜ਼ ਹੈਗੀ ਆਸਟ੍ਰੇਲੀਆ ਦੇ ਵਿੱਚ ਉਹ ਕਰੀਮ ਪ੍ਰੋਫਾਈਲ ਹੀ ਲੈਂਦੀ ਹੈ। ਇੱਕ ਹੋਰ ਕਾਲਰ ਨੇ ਜੀ, ਲੈ ਲਓ ਕਾਲ ਲੈ ਲਓ। ਹੈਲੋ, ਹਾਂਜੀ ਮੈਮ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਮੈਮ ਸੰਦੀਪ ਕੌਰ, ਤੁਸੀਂ ਕਿੱਥੋਂ ਬੋਲਦੇ ਹੋ? ਜੀ, ਚੰਡੀਗੜ੍ਹ ਤੋਂ ਗੱਲ ਕਰ ਰਹੇ ਹਾਂ। ਤੁਸੀਂ ਕਿੱਥੋਂ ਗੱਲ ਕਰ ਰਹੇ ਹੋ? ਮੈਂ ਮੈਮ ਲੁਧਿਆਣੇ ਦੇ ਕੋਲੋਂ, ਖੰਨੇ ਤੋਂ। ਹਾਂਜੀ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਸਰ ਤੋਂ। ਮੈਮ, ਜਿਵੇਂ ਆਪਾਂ ਨੇ ਸਪਾਂਸਰ ਮੰਗਾਉਣੀ ਹੋਵੇ, ਜਿਵੇਂ ਕੋਈ ਆਪਣਾ ਫਰੈਂਡ ਸਪਾਂਸਰ ਭੇਜੇ, ਉਹਦੇ ਕਿੰਨੇ % ਹੁੰਦਾ ਵੀ ਵੀਜ਼ਾ ਲੱਗਣਾ ਜਾਂ ਨਾ ਲੱਗਣਾ? ਦੇਖੋ ਅੱਜ ਦੀ ਡੇਟ ਦੇ ਵਿੱਚ ਜਿਹੜਾ ਟ੍ਰੈਂਡ ਚੱਲ ਰਿਹਾ ਉਹਦੇ ਨਾਲ ਸਪਾਂਸਰ ਦੇ ਨਾਲ ਅੱਛੇ ਖਾਸੇ ਵੀਜ਼ਾਸ ਆ ਰਹੇ ਨੇ। ਜੇ ਤੁਹਾਡਾ ਹੋਟਲ ਬੁਕਿੰਗ ਤੇ 50% ਚਾਂਸ ਹੈ, ਸਪਾਂਸਰ ਦੇ ਨਾਲ ਸਿੱਧਾ ਤੁਹਾਡੇ 80% ਚਾਂਸਸ ਬਣ ਜਾਂਦੇ ਨੇ। ਠੀਕ ਹੈ ਸਰ। ਜੀ ਜੀ ਸਰ, ਪਹਿਲਾਂ ਮੇਰੀ ਨਾ 2019 ਚ ਮੇਰੀ ਭੂਆ ਜੀ ਨੇ ਸਪਾਂਸਰ ਭੇਜੀ ਸੀ, ਔਰ ਪ੍ਰਪੋਜ਼ਲ ਆ ਗਿਆ ਸੀ, ਕਹਿੰਦੇ ਅਨਮੈਰਿਡ ਆ, ਜੀ ਜੀ, ਵੀ ਏਜ ਘੱਟ ਆ, ਵੀ ਤੂੰ ਵਾਪਸ ਨਹੀਂ ਆਉਣਾ। ਜੀ, ਮੈਂ ਜਲੰਧਰ ਤੋਂ ਲਾਇਆ ਸੀ। ਕਿੰਨੀ ਏਜ ਸੀਗੀ ਉਸ ਟਾਈਮ? ਉਸ ਟਾਈਮ ਮੇਰੀ 22 ਸਾਲ ਦੀ, ਹੁਣ ਮੈਨੂੰ 26ਵਾਂ ਲੱਗਿਆ ਹੋਇਆ। ਹਾਂ, ਦੇਖੋ ਹਾਂ ਫਰਕ ਆ ਗਿਆ।
ਇੱਕ 25 ਸਾਲ ਤੋਂ ਪਲੱਸ ਦੀ ਐਲੀਜੀਬਿਲਟੀ ਬਣਦੀ ਹੁੰਦੀ ਕਿਉਂਕਿ ਉਸ ਸਮੇਂ ਬੰਦਾ ਥੋੜਾ ਜਿਹਾ ਸਟੇਬਲ ਹੋ ਜਾਂਦਾ ਹੈ। ਤੇ ਜੇ ਤੁਸੀਂ ਕੋਈ ਕੀ ਕੰਮ ਕੀ ਕਰਦੇ ਹੋ? ਸਰ ਮੈਂ ਪਾਰਲਰ ਦਾ ਕੰਮ ਕਰਦੀ ਹਾਂ। ਪਾਰਲਰ। ਮੈਂ ਸਿੰਗਾਪੁਰ ਵੀ ਜਾ ਕੇ ਆਈ ਹਾਂ, ਮਲੇਸ਼ੀਆ ਵੀ। ਜੀ ਜੀ ਜੀ। ਤੇ ਇਹ ਉਹ ਰਿਫਿਊਜ਼ਲ ਤੋਂ ਬਾਅਦ ਜਾ ਕੇ ਆਏ ਹੋ ਜਾਂ ਰਿਫਿਊਜ਼ਲ ਤੋਂ ਪਹਿਲੇ? ਪਹਿਲਾਂ ਜੀ, ਪਹਿਲਾਂ। ਅੱਛਾ, ਮਤਲਬ ਕਿ ਸਟਾਰਟ ਗਈ ਸੀ ਮੈਂ। ਟਰੈਵਲ ਹਿਸਟਰੀ ਵੀ ਸੀ। ਐਦਾਂ ਕਰੋ, ਤੁਸੀਂ ਦੁਬਾਰਾ ਸਪਾਂਸਰ ਮੰਗਾਓ, ਹਾਂਜੀ। ਦੁਬਾਰਾ ਇੱਕ ਵਾਰ ਸਪਾਂਸਰ ਮੰਗਾਓ ਉਹਨਾਂ ਕੋਲ ਹੀ, ਜੇ ਉਹਨਾਂ ਕੋਲ ਹੋ ਸਕਦੀ ਹੈ ਜਾਂ ਫਿਰ ਕਿਸੇ ਹੋਰ ਕੋਲ ਹੋ ਸਕਦੀ ਹੈ। ਔਰ ਜਿੰਨਾ ਵੀ ਤੁਹਾਡਾ ਫਾਈਨੈਂਸ਼ੀਅਲ ਹੈਗਾ ਉਹ ਮੇਰੇ ਨਾਲ ਸ਼ੇਅਰ ਕਰੋ। ਬਲਕਿ ਤੁਸੀਂ ਇੱਕ ਅਗਰ ਮੈਸੇਜ ਕਰ ਦਿਓ ਮੈਨੂੰ ਹੈਲੋ ਦਾ ਇਸੀ ਨੰਬਰ ਦੇ ਉੱਤੇ, ਤਾਂ ਤੁਹਾਨੂੰ ਪੂਰੀ ਜਾਣਕਾਰੀ ਮੈਂ ਦੇ ਦਾਂਗਾ ਕਿਸ ਤਰ੍ਹਾਂ ਹੁਣ ਤੁਹਾਨੂੰ ਵੀਜ਼ਾ ਮਿਲ ਸਕਦਾ। ਜੇ ਪੁਰਾਣੀ ਰਿਫਿਊਜ਼ਲ ਪਈ ਹੈ ਤਾਂ ਉਹ ਵੀ ਮੇਰੇ ਨਾਲ ਸ਼ੇਅਰ ਕਰ ਦਿਓ। ਤੇ ਸਰ ਮੇਰੇ ਨਾਲ ਕੋਠੀ ਵੀ ਹੈਗੀ ਆ, ਗੱਡੀਆਂ ਵੀ। ਹਾਂਜੀ ਹਾਂਜੀ, ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ, ਉਹ ਸਾਰੀ ਚੀਜ਼ ਤੁਹਾਨੂੰ ਗਾਈਡ ਕਰ ਦਾਂਗੇ ਅਸੀਂ। ਇੱਕ ਵਾਰ ਤੁਸੀਂ ਆਪਣਾ ਨੰਬਰ ਸ਼ੇਅਰ ਕਰ ਦਿਓ, ਉਹਨੂੰ ਸਾਰਾ ਦੱਸ ਦਾਂਗੇ ਫਾਈਨੈਂਸ਼ੀਅਲਸ ਕੀ ਚਾਹੀਦੇ ਨੇ ਤੁਹਾਨੂੰ। ਸ਼ੋਅ ਤੋਂ ਬਾਅਦ ਤੁਹਾਨੂੰ ਕਾਲ ਆ ਜਾਏਗਾ। ਠੀਕ ਹੈ ਸਰ, ਮੈਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ। ਅਸੀਂ ਗੱਲ ਕਰ ਰਹੇ ਸੀ ਆਸਟ੍ਰੇਲੀਆ ਵਿੱਚ ਕੌਣ ਜਾ ਸਕਦਾ, ਕਿਸ ਦੀ ਫਾਈਲ ਲੱਗ ਸਕਦੀ ਜੀ ਹਾਂ, ਉਹੀ ਮੈਂ ਦੱਸ ਰਿਹਾ ਸੀ ਕਿ ਹਾਂਜੀ। ਕ੍ਰਿਸਟਲ ਕਲੀਅਰ ਪ੍ਰੋਫਾਈਲ ਹੋਣਾ ਚਾਹੀਦਾ, ਉਹਦੇ 'ਚ ਗੈਪ ਨਹੀਂ ਚੱਲੇਗਾ। 2021 ਪਾਸ ਆਊਟ ਹੋ ਗਏ ਹੋ ਤਾਂ ਹੀ ਤੁਹਾਨੂੰ ਵੀਜ਼ਾ ਮਿਲਣਾ ਹੈ। ਤੁਹਾਡੇ ਫਾਈਨੈਂਸ਼ੀਅਲ 3 ਮਹੀਨੇ ਪੁਰਾਣੇ ਹੈਗੇ ਆ, ਤੁਹਾਡਾ ਲਿਵਿੰਗ ਐਕਸਪੈਂਸ ਪਲੱਸ ਤੁਹਾਡੀ ਫੀਸ ਜੇ ਉਹ ਤੁਹਾਡੇ ਬੈਂਕ ਦੇ ਵਿੱਚ ਪਏ ਆ, ਅਰੇਂਜ ਨਹੀਂ ਹੋਣੇ ਚਾਹੀਦੇ। ਇਸ ਤਰ੍ਹਾਂ ਕਿ ਤੁਸੀਂ ਕਿਸੇ ਤੋਂ ਲੈ ਕੇ ਅਰੇਂਜ ਕਰ ਲਏ, ਇਕੱਠਾ ਪਾ ਦੋ, ਉਹਦਾ ਸੋਰਸ ਵੀ ਨੋਨ ਹੋਣਾ ਚਾਹੀਦਾ। ਇਹ ਸਾਰੀ ਚੀਜ਼ਾਂ ਹੈਗੀਆਂ। ਤੁਹਾਡੇ +2 ਦੇ ਵਿੱਚ ਮਾਰਕਸ ਤੁਹਾਡੇ 60% ਤੋਂ ਅਬਵ ਹੈਗੇ ਨੇ। ਪੀਟੀ ਚਲੋ ਤੁਸੀਂ ਕੀਤੀ ਹੋਈ ਹੈ, ਆਈਐਲਟਸ ਦੇ ਵਿੱਚ 6 ਬੈਂਡ ਈਚ ਹੈਗਾ, ਪੀਟੀ ਦੇ ਵਿੱਚ 58 ਜਾਂ 60 ਦੇ ਕਰੀਬ ਤੁਹਾਡਾ ਹੈਗਾ, ਫਿਰ ਬਹੁਤ ਅੱਛੇ ਚਾਂਸਿਸ ਹੈ। ਇੱਕ ਹੋਰ ਕਾਲ ਜੀ ਹੈ। ਜੀ। ਹੈਲੋ ਸਰ ਮੈਂ ਮੈਸੇਜ ਮੈਮ ਭੇਜਦਾ ਵਾ ਤੁਹਾਡਾ ਆਫਲਾਈਨ। ਠੀਕ ਹੈ ਜੀ, ਕੋਈ ਨਹੀਂ ਬਹੁਤ ਚੈੱਕ ਕਰ ਸ਼ੁਕਰੀਆ ਲਾਂਗੇ। ਓਕੇ ਜੀ। ਤੇ ਆਸਟ੍ਰੇਲੀਆ ਦੇ ਇਹ ਹੈ ਕਿ ਜੇ ਤੁਹਾਡੀ ਪ੍ਰੋਫਾਈਲ ਅੱਛੀ ਹੈਗੀ, ਕਰੀਮ ਪ੍ਰੋਫਾਈਲ ਹੈ, ਤਾਂ ਤੁਹਾਡੇ ਜਿਸ ਤਰ੍ਹਾਂ ਆਪਾਂ ਦੇਖਦੇ ਕੈਨੇਡਾ ਦੇ ਵਿੱਚ 7 ਬੈਂਡ ਵਾਲੇ ਵੀ ਰਿਫਿਊਜ਼ ਹੋ ਜਾਂਦੇ ਨੇ। ਜੀ। ਆਸਟ੍ਰੇਲੀਆ ਦੇ ਵਿੱਚ ਇਹ ਪ੍ਰੋਬਲਮ ਨਹੀਂ ਹੈ। ਜੇ ਤੁਹਾਡਾ ਪ੍ਰੋਫਾਈਲ ਕ੍ਰਿਸਟਲ ਕਲੀਅਰ ਹੈਗਾ ਤਾਂ ਤੁਹਾਨੂੰ ਵੀਜ਼ਾ 101% ਮਿਲੇਗਾ। ਯਾਨੀ ਕਿ ਉੱਥੇ ਉਹੀ ਬੱਚਾ ਅਪਲਾਈ ਕਰੇ ਜਿਹਨੇ ਡੈਫੀਨੇਟਲੀ ਪੜ੍ਹਨਾ ਹੀ ਹੈ, ਕਿਉਂਕਿ ਕੈਨੇਡਾ ਦੇ ਵਿੱਚ ਜ਼ਿਆਦਾਤਰ ਮੈਂ ਕਹਾਂਗਾ 70-80% ਬੱਚਿਆਂ ਦਾ ਇਹੀ ਹੁੰਦਾ ਕਿ ਮੈਂ ਜਾ ਕੇ ਸੈਟਲਮੈਂਟ ਲੈਣੀ ਹੈ। ਜੀ। 70-80% ਬੱਚੇ ਇਸੀ ਉਹਦੇ ਵਿੱਚ ਜਾਂਦੇ ਨੇ, ਸੱਚਾਈ ਹੈ। ਬਟ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਜਾਣਾ, ਤੁਹਾਡੀ ਸੈਟਲਮੈਂਟ ਹੋ ਜਾਂਦੀ ਹੈ, ਐਸੀ ਗੱਲ ਨਹੀਂ ਹੈ, ਬਟ ਉਸ ਲੈਵਲ ਤੇ ਨਹੀਂ ਹੁੰਦੀ ਜਿੰਨੀ ਕਿ ਕੈਨੇਡਾ ਤੇ ਹੁੰਦੀ, ਉਨੀ ਜਲਦੀ ਨਹੀਂ ਹੁੰਦੀ ਜੇ ਤੁਸੀਂ ਵਾਕਈ ਹੀ ਪੜ੍ਹਨ ਹੀ ਜਾਣਾ ਹੈ, ਕਿਉਂਕਿ ਪੜ੍ਹਾਈ ਦਾ ਮਿਆਰ ਆਸਟ੍ਰੇਲੀਆ ਦੇ ਵਿੱਚ ਬਹੁਤ ਉੱਚਾ ਹੈ। ਸੋ ਉਹਨਾਂ ਸਟੂਡੈਂਟਸ ਨੂੰ ਡੈਫੀਨੇਟਲੀ ਵੀਜ਼ਾ ਮਿਲਦਾ ਹੀ ਮਿਲਦਾ ਹੈਗਾ। ਜੀ। ਤੇ ਇਸ ਨਾਲ ਅਮਿਤ ਜੀ ਸਾਡਾ ਪ੍ਰੋਗਰਾਮ ਦਾ ਜੋ ਸਮਾਂ ਹੈ ਉਹ ਵੀ ਸਮਾਪਤ ਹੋ ਚੁੱਕਾ। ਤੁਸੀਂ ਸਾਡੇ ਸ਼ੋਅ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇਦਾਂ ਹੀ ਇੱਕ ਨਵਾਂ ਸ਼ੋਅ ਲੈ ਕੇ ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।